ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਤਬ ਪ੍ਰਭ ਚਲੇ ਸੰਗ ਲੇ ਤਾਈ। ਪਹੁੰਚੇ ਨਗਰ ਤੋਂ ਲੰਬੇ ਮਾਈ। ਰਹੇ ਤਹਾਂ ਇੱਕ ਸੱਜਣ ਬੰਚਕ। ਬੀਖ ਬੈਸਨੋ ਦਇਆ ਨਾ ਰੰਚਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਉਮੀਆਂ ਤੇਰੀ ਕਬਨ ਬੜਾਈ। ਜੋ ਤੂੰ ਦੇਹ ਸੋ ਕਹਾ ਸੁਆਮੀ। ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ। ਜੈਸੇ ਸੱਚ ਮੈਂ ਰਹੋ ਰਜਾਈ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ। ਜਹਰਾਂ ਜਹੂਰ ਹਾਜ਼ਰਾਂ ਹਜੂਰ। ਸਰਬ ਕਲਾ ਭਰਪੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ। ਵੱਡਿਆਂ ਭਾਗਾਂ ਵਾਲੇ ਹੋ ਕੇ ਨਿਤਾ ਪ੍ਰਤੀ ਜਗਤ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਨਤਮਸਤਕ ਹੋ ਕੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ
ਬਹੁਤ ਹੀ ਅਦਬ ਸਤਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਪਾਤਸ਼ਾਹ ਖੁਰਮੇ ਨਗਰ ਤੋਂ ਵਾਪਸ ਰਾਏ ਭੋਇੰ ਦੀ ਤਲਵੰਡੀ ਆਏ ਹਨ। ਪਹਿਲਾਂ ਬਟਾਲੇ ਚਰਨ ਪਾਏ ਨੇ, ਸਿੱਧਾ ਨਾਲ ਗੋਸ਼ਟ ਹੋਈ ਹੈ। ਰਾਏ ਭੋਇੰ ਦੀ ਤਲਵੰਡੀ ਆ ਕੇ ਭਾਈ ਮਰਦਾਨੇ ਦੇ ਸੁਪੁੱਤਰ ਭਾਈ ਸਜਾਦੇ ਨੂੰ ਨਾਲ ਲਿਆ ਹੈ ਔਰ ਪਾਤਸ਼ਾਹ ਭਾਈ ਸਜਾਦੇ ਨੂੰ ਨਾਲ ਲੈ ਕੇ ਕੁਰਮ ਦਰਿਆ ਦੇ ਕਿਨਾਰੇ ਤੇ ਜਿੱਥੇ ਭਾਈ ਮਰਦਾਨਾ ਜੀ ਨੇ ਆਪਣਾ ਸਰੀਰ ਤਿਆਗਿਆ ਹੈ ਉਸ ਜਗ੍ਹਾ ਤੇ ਲੈ ਕੇ ਜਾ ਰਹੇ ਹਨ। ਰਸਤੇ ਵਿੱਚ ਮੁਲਤਾਨ ਜ਼ਿਲ੍ਹੇ 'ਚ ਇੱਕ ਨਗਰ ਹੈ ਤੁਲੰਬਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਤੁਲੰਬੇ ਨਗਰ ਪਹੁੰਚੇ ਹਨ। ਇੱਥੇ ਸੱਜਣ ਠੱਗ ਦਾ ਸਤਿਗੁਰੂ ਜੀ ਪਾਰ ਉਤਾਰਾ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਦੇ ਪਾਵਨ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਬ ਪ੍ਰਭ ਚਲੇ ਸੰਗ ਲੇ ਤਾਈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਭਾਈ ਸਜਾਦੇ ਨੂੰ, ਜੋ ਭਾਈ ਮਰਦਾਨਾ ਜੀ ਦੇ ਸੁਪੁੱਤਰ ਹਨ, ਉਹਨਾਂ ਨੂੰ ਨਾਲ ਲੈ ਕੇ ਔਰ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਰਾਏ ਭੋਇੰ ਦੀ ਤਲਵੰਡੀ ਤੋਂ ਚੱਲੇ ਹਨ। ਪਹੁੰਚੇ ਨਗਰ ਤੁਲੰਬੇ ਮਾਈ। ਮੁਲਤਾਨ ਦੇ ਪਾਸ ਨਗਰ ਤੁਲੰਬਾ ਹੈ। ਤੁਲੰਬੇ ਨਗਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਪਹੁੰਚੇ ਹਨ। ਰਹੇ ਤਹਾਂ ਇੱਕ ਸੱਜਣ ਬੰਚਕ। ਇੱਥੇ ਇੱਕ ਭਾਈ ਸੱਜਣ ਨਾਮ ਦਾ ਵਿਅਕਤੀ ਰਹਿੰਦਾ ਹੈ, ਜਿਹਦਾ ਨਾਮ ਸੱਜਣ ਹੈ ਪਰ ਉਹਦੇ ਕੰਮ ਨੇ ਠੱਗੀਆਂ ਕਰਨੀਆਂ। ਇਸ ਕਰਕੇ ਜਨਮ ਸਾਖੀ ਵਿੱਚ ਇਹਦਾ ਨਾਮ ਸੱਜਣ ਠੱਗ ਆਇਆ ਹੈ। ਹਾਲਾਂਕਿ ਜਦੋਂ ਸਤਿਗੁਰਾਂ ਨੇ ਇਹਨੂੰ ਕਿਰਤਾਰਥ ਕੀਤਾ, ਮੁਲਤਾਨ ਦੇ ਇਲਾਕੇ ਦਾ ਇਹਨੂੰ ਪ੍ਰਚਾਰਕ ਲਾਇਆ ਸਤਿਗੁਰਾਂ ਨੇ। ਸਤਿਗੁਰਾਂ ਦੀ ਸਿੱਖੀ ਦਾ ਬਾਅਦ ਵਿੱਚ ਇਹਨੇ ਬਹੁਤ ਪ੍ਰਚਾਰ ਕੀਤਾ, ਪਰ ਇਤਿਹਾਸ ਵਿੱਚ ਇਹਦਾ ਨਾਮ ਸੱਜਣ ਠੱਗ ਕਰਕੇ ਹੀ ਰਿਹਾ। ਤੋ ਸੱਜਣ ਨਾਮ ਦਾ ਇੱਕ ਠੱਗ ਇਸ ਤੁਲੰਬੇ ਨਗਰ ਵਿੱਚ ਰਹਿੰਦਾ ਹੈ। ਬੀਖ ਬੈਸਨੋ ਦਇਆ ਨਰੰਚਕ। ਇਹਦਾ ਜਿਹੜਾ ਭੇਸ ਹੈ ਉਹ ਵੈਸ਼ਨਵ ਮੱਤ ਦਾ ਹੈ। ਵੈਸ਼ਨਵ ਮੱਤ ਹੈ ਹਿੰਦੁਸਤਾਨ ਦਾ, ਜਿਹੜੇ ਜੀਵ ਹਿੰਸਾ ਤੋਂ ਰਹਿਤ ਹੋ ਕੇ ਰਹਿੰਦੇ ਹਨ ਔਰ ਆਪਣੇ ਆਪ ਨੂੰ ਵੈਸ਼ਨਵ ਕਹਾਉਂਦੇ ਹੈ। ਉਸ ਮੱਤ ਦਾ ਜਿਹੜਾ ਭੇਖ ਸੀ ਉਹ ਸੱਜਣ ਨੇ ਸਰੀਰ ਤੇ ਧਾਰਨ ਕੀਤਾ ਹੋਇਆ ਬਾਹਰੋਂ, ਪਰ ਹਿਰਦੇ 'ਚ ਦਇਆ ਕੋਈ ਨਹੀਂ ਸੀ। ਬਾਹਰੋਂ ਵੈਸ਼ਨਵ ਮੱਤ, ਹਾਲਾਂਕਿ ਵੈਸ਼ਨਵ ਤਾਂ ਉਹ ਹੁੰਦਾ ਜਿਹਦੇ ਅੰਦਰ ਦਇਆ ਹੋਵੇ। ਪਾਤਸ਼ਾਹ ਨੇ ਤਾਂ ਵੈਸ਼ਨਵ ਦੀ ਪਰਿਭਾਸ਼ਾ ਇਦਾਂ ਦਿੱਤੀ ਹੈ, ਵੈਸਨੋ ਸੋ ਜਿਸ ਊਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਭਿੰਨ। ਉਹ ਵੈਸ਼ਨਵ ਹੈ ਜਿਹੜਾ ਪ੍ਰਮਾਤਮਾ ਦੀ ਮਾਇਆ ਤੋਂ ਨਿਰਲੇਪ ਹੋ ਕੇ ਰਹਿੰਦਾ। ਮਹਾਰਾਜ ਜੀ ਨੇ ਉਹਨੂੰ ਵੈਸ਼ਨਵ ਲਿਖਿਆ। ਹੁਣ ਇਹਨੇ ਵੈਸ਼ਨਵ ਮੱਤ ਦਾ ਭੇਖ ਜ਼ਰੂਰ ਧਾਰਨ ਕੀਤਾ ਹੋਇਆ ਹੈ, ਪਰ ਇਹਦੇ ਹਿਰਦੇ ਵਿੱਚ ਦਇਆ ਨਹੀਂ ਹੈ, ਕਰੁਣਾ ਨਹੀਂ ਹੈ, ਇਹ ਦਇਆ ਤੋਂ ਵਿਹੂਣਾ ਹੈ। ਬਹੁ ਮੋਲੇ ਤਨ ਚੀਰ ਹੰਡਾਈ। ਬੜੇ ਬੜੇ ਵਧੀਆ ਕੀਮਤੀ ਕੱਪੜੇ, ਕੀਮਤੀ ਬਸਤਰ ਆਪਣੇ ਸਰੀਰ ਤੇ ਸੱਜਣ ਠੱਗ ਹਟਾਉਂਦਾ ਹੈ। ਪੁਰ ਟਿਗ ਬੈਠ ਗਏ ਜਗ ਸਾਈ। ਜਿਹੜੇ ਨਗਰ ਵਿੱਚ ਰਹਿੰਦਾ ਉਸੇ ਨਗਰ ਤੁਲੰਬੇ ਦੇ ਨੇੜੇ ਜਾ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਸਜ ਗਏ। ਜਾ ਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਸਣ ਲਾ ਲਿਆ। ਸਹਿਜਾਦਾ ਲੈ ਆਇਸਪੁਰ ਮੈਂ। ਭਾਈ ਸਜਾਦੇ ਨੇ ਸਤਿਗੁਰਾਂ ਦੀ ਆਗਿਆ ਲਈ, ਪਾਤਸ਼ਾਹ ਕੋਲੋਂ ਆਗਿਆ ਲੈ ਕੇ ਉਹ ਤੁਲੰਬੇ ਨਗਰ ਦੇ ਵਿੱਚ ਗਏ। ਗਮਨਿਓ ਲਾਗੀ ਛੁਦਾ ਉਦਰ ਮੈਂ। ਭਾਈ ਸਜਾਦੇ ਨੂੰ ਕੜਾਕਾ ਲੱਗਾ ਸੀ, ਭੁੱਖ ਲੱਗੀ ਹੋਈ ਸੀ, ਤੇ ਨਗਰ ਦੇ ਵਿੱਚ ਆਪਣੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਨ ਵਾਸਤੇ ਭਾਈ ਸਜਾਦਾ ਜੀ ਚੱਲ ਕੇ ਗਏ। ਜਾਈ ਤਹਾਂ ਧਰਮਸ਼ਾਲਾ ਦੇਖੀ। ਭਾਈ ਸਾਹਿਬ ਨੇ ਕੀ ਵੇਖਿਆ ਕਿ ਇੱਕ ਬੜਾ ਸੋਹਣਾ ਧਰਮ ਸਥਾਨ ਬਣਿਆ ਹੋਇਆ।
ਇੱਕ ਪਾਸੇ ਮਸੀਤ ਬਣੀ ਹੋਈ ਹੈ, ਇੱਕ ਪਾਸੇ ਦਿਉਰਾ ਬਣਿਆ ਹੋਇਆ। ਸੱਜਣ ਨੇ ਇੱਕ ਪਾਸੇ ਮੰਦਿਰ ਬਣਾਇਆ ਹੋਇਆ ਸੀ, ਇੱਕ ਪਾਸੇ ਮਸੀਤ ਬਣਾਈ ਹੋਈ ਸੀ। ਕਹਿੰਦਾ ਜੀ ਮੈਂ ਤਾਂ ਸਾਰਿਆਂ ਨੂੰ ਸਾਂਝਾ ਆਪਣੀ ਦ੍ਰਿਸ਼ਟੀ ਨਾਲ ਵੇਖਦਾ, ਮੁਸਲਮਾਨ ਆਵੇ ਉਹ ਵੀ ਆ ਕੇ ਰਹਿ ਸਕਦਾ, ਕੋਈ ਹਿੰਦੂ ਆਵੇ ਉਹ ਵੀ ਆ ਕੇ ਰਹਿ ਸਕਦਾ। ਇਦਾਂ ਦੀ ਬਿਰਤੀ ਧਾਰਨ ਕਰਕੇ ਨੇ ਇੱਕ ਧਰਮ ਸਥਲ ਬਣਾਇਆ ਹੋਇਆ ਸੀ। ਭਾਈ ਸਜਾਦਾ ਜੀ ਨੇ ਵੇਖਿਆ ਕਿ ਧਰਮ ਸਥਾਨ ਹੈ, ਉਸ ਜਗ੍ਹਾ ਤੇ ਭਾਈ ਸਾਹਿਬ ਚਲੇ ਗਏ। ਸੱਜਣ ਜਿਸ ਮੈਂ ਅਗੀ ਵਿਸ਼ੇਖੀ, ਇਸ ਧਰਮ ਸਥਾਨ ਦੇ ਉੱਤੇ ਸੱਜਣ ਪਾਪੀ ਬੈਠਾ ਹੈ, ਜੋ ਪਾਪ ਕਰਮਾਂ ਵਿੱਚ ਪ੍ਰਵਿਰਤ ਹੈ, ਠੱਗੀ ਕਰਨ ਦੇ ਵਿੱਚ ਜਿਹਦੀ ਹਰ ਵੇਲੇ ਰੁਚੀ ਬਣੀ ਰਹਿੰਦੀ ਹੈ, ਉਹ ਇਸ ਧਰਮ ਸਥਾਨ ਦੇ ਉੱਤੇ ਬੈਠਾ ਹੋਇਆ ਹੈ। ਨੀਕੀ ਬਿਦ ਸੋ ਕੀ ਨੰਦਵਾਈ, ਭਾਈ ਸਜਾਦਾ ਜੀ ਜਦੋਂ ਗਏ ਤੇ ਉਹਨਾਂ ਨੇ ਜਾ ਕਰਕੇ ਪ੍ਰਸ਼ਾਦੇ ਦੀ ਮੰਗ ਕੀਤੀ। ਸਹਿਜਾਦਾ ਬੈਠਿਓ ਟਿਕ ਜਾਏ, ਔਰ ਭਾਈ ਸਜਾਦਾ ਜੀ ਸੱਜਣ ਦੇ ਨੇੜੇ ਜਾ ਕੇ ਬੈਠ ਗਏ। ਸਾਦਰ ਸੋ ਸੱਜਣ ਬਚ ਕੈਈ, ਹੁਣ ਸੱਜਣ ਮੂੰਹ ਦਾ ਬੜਾ ਮਿੱਠਾ ਸੀ, ਬਾਹਰੋਂ ਲਿਬਾਸ ਧਰਮੀਆਂ, ਅੰਦਰ ਦੀ ਬਿਰਤੀ ਖੋਟੀ ਸੀ। ਬਾਹਰੋਂ ਲਿਬਾਸ ਧਰਮੀਆਂ, ਜ਼ੁਬਾਨ ਤੋਂ ਬੋਲ ਵੀ ਬੜੇ ਬੜੇ ਮਿੱਠੇ ਬੋਲਦਾ, ਤੇ ਬਾਹਰੋਂ ਜਿਵੇਂ ਬਗਲਾ ਹੁੰਦਾ ਨਾ ਚਿੱਟੇ ਰੰਗ ਦਾ ਸਫੇਦ, ਅੱਗੇ ਸ਼ਬਦ ਪਾਤਸ਼ਾਹ ਉਚਾਰਨਗੇ ਉਹਦੇ ਚ ਬਚਨ ਆਉਣਗੇ। ਅੰਦਰੋਂ ਠੱਗੀ ਦੀ ਬਿਰਤੀ ਸੀ, ਬੜਾ ਮਿੱਠਾ ਮਿੱਠਾ ਬੋਲਿਆ। ਭਾਈ ਸਜਾਦੇ ਨੂੰ ਕਹਿਣ ਲੱਗਾ, ਆਵੋ ਭਾਈ ਕਹਿਤੇ ਰਹੀ, ਕਹਿੰਦੇ ਆ ਭਾਈ ਜੀ ਆਇਆਂ ਨੂੰ, ਜੀ ਆਇਆਂ ਨੂੰ। ਕਿੱਥੇ ਰਹਿੰਦਾ ਹੁੰਨਾ? ਏਦਾਂ ਪੁੱਛਿਆ ਇਹਨੇ ਸੱਜਣ ਠੱਗ ਨੇ ਭਾਈ ਸਜਾਦੇ ਨੂੰ। ਹਾਂ ਭਾਈ ਆ ਜਾ, ਆ ਜਾ, ਬਹਿ ਜਾ। ਕਿੱਥੋਂ ਆਇਆ, ਕਿੱਥੇ ਰਹਿੰਦਾ ਹੈ? ਕੋ ਹੈ ਤੇਰੋ ਵਰਨ ਬਤਾਵੋ, ਦੱਸ ਕਿਹੜਾ ਵਰਨ ਹੈ ਤੇਰਾ, ਤੂੰ ਕਿਹੜੇ ਵਰਨ ਨਾਲ ਸੰਬੰਧ ਰੱਖਦਾ ਹੈ? ਕਿਤ ਤੇ ਆਇਓ ਕਿਤ ਕੋ ਜਾਵੋ, ਆਇਆ ਕਿੱਧਰੋਂ ਹੈ ਤੇ ਅੱਗੇ ਕਿੱਧਰ ਜਾ ਰਿਹਾ ਹੈ? ਜਾਤ ਮੇਰਾ ਸੀ ਜਾਨੋ ਮੇਰੀ, ਭਾਈ ਸਜਾਦੇ ਨੇ ਅੱਗੋਂ ਦੱਸਿਆ। ਕਹਿਣ ਲੱਗਾ ਸੰਤ ਜੀ ਵੀ ਮੇਰੀ ਜਾਤ ਹੈ ਮਰਾਸ਼ੀ, ਮੈਂ ਮਰਾਸ਼ੀਆਂ ਦੀ ਕੁੱਲ ਨਾਲ ਸੰਬੰਧ ਰੱਖਦਾ ਹਾਂ। ਸਦਨ ਹਮਾਰੇ ਦੂਰ ਕਨੇਰੀ, ਔਰ ਮੇਰਾ ਘਰ ਇੱਥੋਂ ਦੂਰ ਹੈ, ਰਾਏ ਭੋਏ ਦੀ ਤਲਵੰਡੀ ਦਾ ਮੈਂ ਰਹਿਣ ਵਾਲਾ ਹਾਂ। ਜਾਉ ਅਗਾਰੀ ਕਾਰਜ ਕੋਈ, ਮੈਂ ਅੱਗੇ ਚੱਲਿਆ, ਮੇਰਾ ਕੋਈ ਕਾਰਜ ਹੈ, ਅੱਗੇ ਜਾ ਰਿਹਾ ਤੇ ਮੇਰਾ ਕੋਈ ਕਾਰਜ ਹੈ। ਤੁਮ ਟਿਕ ਆਇਓ ਛੁਦਾ ਜੇ ਹੋਈ, ਤੇਰੇ ਕੋਲ ਤਾਂ ਆਇਆ ਕਿ ਮੈਨੂੰ ਭੁੱਖ ਲੱਗੀ ਆ ਵੀ ਤੂੰ ਮੇਰੇ ਪ੍ਰਸ਼ਾਦੇ ਦਾ ਪ੍ਰਬੰਧ ਕਰੇ। ਭਾਈ ਸਜਾਦੇ ਨੇ ਇਦਾਂ ਦੱਸਿਆ, ਕਹਿੰਦਾ ਤੇਰੇ ਕੋਲ ਤਾਂ ਆਇਆ ਕਿ ਤੂੰ ਮੇਰੇ ਪ੍ਰਸ਼ਾਦੇ ਦਾ ਪ੍ਰਬੰਧ ਕਰੇ, ਮੈਂ ਅੱਗੇ ਦੂਰ ਜਾਣਾ ਹੈ। ਸੱਜਣ ਕਏ ਆਹਾਰ ਕਨੇਰਾ, ਸੱਜਣ ਅੱਗੋਂ ਬੋਲਿਆ, ਕਹਿੰਦਾ ਜੀ ਜਿੰਨਾ ਮਰਜ਼ੀ ਪ੍ਰਸ਼ਾਦਾ, ਇੱਥੇ ਕਿਹੜਾ ਕੋਈ ਕਮੀ ਆ। ਅੱਗੋਂ ਬੜਾ ਮਿੱਠਾ ਮਿੱਠਾ ਬੋਲਦਾ, ਕਹਿੰਦਾ ਮਹਾਰਾਜ ਇੱਥੇ ਤਾਂ ਭੰਡਾਰੇ ਭਰੇ ਪਏ ਨੇ ਪ੍ਰਸ਼ਾਦੇ ਦੇ, ਅੰਨ ਪਾਣੀ ਦੇ, ਜਿੰਨਾ ਮਰਜ਼ੀ ਛਕੋ ਮਹਾਰਾਜ, ਜ਼ਰੂਰ ਛਕਾਵਾਂਗੇ। ਕੋ ਜਜਮਾਨ ਵਡਾਊ ਤੇਰਾ, ਇਹ ਦੱਸ ਵੀ ਤੂੰ ਮਰਾਸ਼ੀ ਹੈ ਤੇ ਤੇਰਾ ਕੋਈ ਜਜਮਾਨ ਵੀ ਹੋਵੇਗਾ ਵੱਡਾ ਵਡੇਰਾ ਜਿਹਦਾ ਤੂੰ ਮਰਾਸ਼ੀ ਹੈ? ਕੋਈ ਵੱਡਾ ਜਜਮਾਨ ਹੋਣਾ ਤੇਰਾ ਜਿਹਦੇ ਕੋਲ ਤੂੰ ਮਰਾਸ਼ੀ ਬਣ ਕੇ ਸੇਵਾ ਕਰਦਾ ਹੈ। ਜਾਂ ਕੋ ਆਏ ਮਿਰਾਸੀ ਐਸੇ, ਜਿਹਦਾ ਤੂੰ ਮਰਾਸ਼ੀ ਸਦਾਉਣਾ ਹੈ, ਤੇਰਾ ਉਹ ਜਜਮਾਨ ਤਾਂ ਬੜਾ ਵੱਡਾ ਹੋਣਾ। ਸੱਜਣ ਭੇਤ ਲੈ ਰਿਹਾ ਵੀ ਕਿਸੇ ਰਾਜੇ ਦਾ, ਕਿਸੇ ਸ਼ਾਹੂਕਾਰ ਦਾ ਮਰਾਸ਼ੀ ਹੋਵੇਗਾ, ਹੋ ਸਕਦਾ ਉਹ ਵੀ ਨਾਲ ਆਇਆ ਹੋਵੇ, ਉਹਨੂੰ ਵੀ ਕਾਬੂ ਕਰਾਂਗੇ, ਧਨ ਸੰਪਦਾ ਉਹਦੇ ਕੋਲ ਹੋਵੇਗੀ, ਖੋਵਾਂਗੇ, ਠੱਗਾਂਗੇ। ਇਸ ਬਿਰਤੀ ਨਾਲ ਪੁੱਛਦਾ ਸੱਜਣ ਠੱਗ, ਕਹਿੰਦਾ ਤੂੰ ਜਿਹਦਾ ਮਰਾਸ਼ੀ ਹੈ, ਤੇਰਾ ਜਿਹੜਾ ਜਜਮਾਨ ਹੈ ਉਹ ਤਾਂ ਬੜਾ ਵੱਡਾ ਪੁਰਖ ਹੋਵੇਗਾ। ਮੁਝ ਤੇ ਵੱਡਾ ਕੇ ਲਗੂ ਕਉ ਤੈਸੋ, ਮੈਂ ਜਿੱਡਾ ਕੁ ਵੱਡਾ ਏਡਾ ਕੁ ਹੈ ਕਿ ਮੇਰੇ ਤੋਂ ਵੱਡਾ ਜਾਂ ਮੇਰੇ ਤੋਂ ਛੋਟਾ ਹੈ? ਸੱਜਣ ਠੱਗ ਪੁੱਛਦਾ, ਕਹਿੰਦਾ ਤੂੰ ਵੇਖ ਮੇਰਾ ਤਾਮ ਝਾਮ ਆਲੇ ਦੁਆਲੇ, ਮੇਰੇ ਕ ਜਿੱਡਾ ਹੈਗਾ ਤੇਰਾ ਜਜਮਾਨ ਜਾਂ ਫਿਰ ਮੇਰੇ ਤੋਂ ਛੋਟਾ ਹੈ? ਸਹਿਜਾਦੇ ਸੁਨ ਬਚਨ ਬਖਾਨਾ, ਜਦੋਂ ਸੱਜਣ ਠੱਗ ਨੇ ਇਉਂ ਪੁੱਛਿਆ, ਭਾਈ ਸਜਾਦਾ ਜੀ ਅੱਗੋਂ ਬੋਲੇ, ਕਹਿਣ ਲੱਗੇ ਹਮ ਤੁਮ ਤੇ ਮਮ ਪ੍ਰਭੂ ਮਹਾਨਾ, ਕਹਿਣ ਲੱਗੇ ਸੱਜਣ ਤੂੰ ਕੀ ਆ ਤੇ ਮੈਂ ਕੀ ਆ ਉਹਨਾਂ ਦੇ ਸਾਹਮਣੇ? ਸਾਡੇ ਵਰਗੇ ਤਾਂ ਉਹਨਾਂ ਦੇ ਸਾਹਮਣੇ ਤੁੱਛ ਜੇ ਜੀਵ ਨੇ,
ਉਹ ਤਾਂ ਬੜੇ ਵੱਡੇ ਪ੍ਰਭੂ ਸੁਆਮੀ ਜਗਤ ਦੇ ਮਾਲਕ ਨੇ। ਤੇਰੇ ਮੇਰੇ ਵਰਗੇ ਕੀ ਨੇ? ਅਸੀਂ ਉਹਨਾਂ ਦੇ ਸਾਹਮਣੇ ਕੀ ਮਾਇਨਾ ਰੱਖਦੇ ਹਾਂ। ਜੋ ਜਾਚੇ ਪੂਰੀ ਤੈ ਕਾਮਾ। ਉਹ ਏਡੇ ਵੱਡੇ ਪ੍ਰਭੂ ਨੇ ਕਿ ਉਹਨਾਂ ਕੋਲੋਂ ਜੋ ਮੰਗੀਏ ਉਹ ਕਾਮਨਾ ਪੂਰੀ ਕਰ ਦਿੰਦੇ ਨੇ। ਜੋ ਮੰਗੀਏ ਉਹ ਕਾਮਨਾ ਪੂਰੀ ਕਰ ਦਿੰਦੇ ਨੇ। ਏਡੇ ਵੱਡੇ ਦਿਆਲੂ ਹਨ। ਛਤਰੀ ਕੁਲ ਸ਼੍ਰੀ ਨਾਨਕ ਨਾਮਾ। ਉਹਨਾਂ ਦਾ ਛਤਰੀ ਵਰਣ ਹੈ ਔਰ ਉਹਨਾਂ ਦਾ ਨਾਮ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਹੈ। ਉਹਨਾਂ ਦਾ ਛਤਰੀ ਵਰਣ ਹੈ। ਸੱਜਣ ਆਪਣੇ ਨਰਸੋਂ ਕੈਈ। ਸੱਜਣ ਠੱਗ ਨੇ ਉਹਦੇ ਨੌਕਰ ਚਾਕਰ ਉੱਥੇ ਹੀ ਸੀ। ਸੱਜਣ ਠੱਗ ਦੇ ਆਪਣੇ ਇੱਕ ਨੌਕਰ ਨੂੰ ਸੱਦ ਕੇ ਸੇਵਕ ਨੂੰ ਕਹਿਣ ਲੱਗਾ, ਵੱਡ ਪ੍ਰਭ ਕੋ ਸੋ ਮੇਰਾ ਸੀ ਐਹੀ। ਉਹਨੂੰ ਅੱਖ ਨਾਲ ਇਸ਼ਾਰਾ ਜਿਹਾ ਕਰਕੇ ਕਹਿੰਦਾ ਬੜਾ ਵੱਡਾ ਪ੍ਰਭੂ ਹੈ ਇਹਦਾ, ਜਿਹਦਾ ਇਹ ਮਰਾਸ਼ੀ ਹੈ। ਉਹਨੂੰ ਇਹ ਨਹੀਂ ਸੀ ਪਤਾ ਸੱਜਣ ਨੂੰ ਵੀ ਇਹ ਕਿਸ ਪ੍ਰਕਾਰ ਨਾਲ ਵੱਡਾ ਕਹਿ ਰਿਹਾ। ਸੱਜਣ ਸਮਝ ਰਿਹਾ ਵੀ ਬੜਾ ਧਨਾੜ ਸ਼ਾਹੂਕਾਰ ਹੋਵੇਗਾ ਵੱਡਾ, ਪਰ ਭਾਈ ਸਜਾਦਾ ਜੀ ਦੱਸ ਰਹੇ ਨੇ ਵੀ ਉਹ ਤ੍ਰਿਲੋਕੀਨਾਥ ਪ੍ਰਭੂ ਨੇ। ਉਹ ਕੁਝ ਹੋਰ ਸਮਝ ਰਿਹਾ ਸੱਜਣ ਠੱਗ। ਆਪਣੇ ਨੌਕਰ ਨੂੰ ਕਹਿੰਦਾ ਬੜੇ ਵੱਡੇ ਪ੍ਰਭੂ ਦਾ ਮਰਾਸ਼ੀ ਆ, ਇਹਦਾ ਚੰਗੀ ਤਰ੍ਹਾਂ ਖਿਆਲ ਰੱਖੀ, ਅੰਦਰ ਲਿਜਾ ਕੇ ਵੇਖੀ ਕਿਤੇ ਕੋਈ ਸ਼ਿਕਾਇਤ ਦਾ ਮੌਕਾ ਨਾ ਮਿਲੇ। ਸੇਵਾ ਕੀਜੈ ਅਧਿਕ ਬਨਾਈ। ਜਾ ਕੇ ਚੰਗੀ ਤਰ੍ਹਾਂ ਸੇਵਾ ਕਰੀ ਜਿਵੇਂ ਆਪਾਂ ਪਹਿਲਾਂ ਕਰਦੇ ਹੁੰਨੇ ਆ ਵੱਡੇ ਬੰਦਿਆਂ ਦੀ ਸੇਵਾ। ਸੱਜਣ ਠੱਗ ਕਹਿੰਦਾ ਉਸ ਤਰੀਕੇ ਨਾਲ ਸੇਵਾ ਕਰੀ ਇਹਦੀ ਅੰਦਰ ਲਿਜਾ ਕੇ, ਜਿਵੇਂ ਆਪਾਂ ਪਹਿਲਾਂ ਕਰਦੇ ਹੁੰਨੇ ਆ। ਜਿਵੇਂ ਵੱਡੇ ਬੰਦੇ ਪਹਿਲਾਂ ਆਉਂਦੇ ਆਪਣੇ ਕੋਲ, ਉਹਨਾਂ ਦੀ ਸੇਵਾ ਕਰਦੇ ਆ, ਉਦਾਂ ਹੀ ਇਹਦੀ ਸੇਵਾ ਕਰੀ। ਜਿਸ ਪ੍ਰਕਾਰ ਇਹ ਉਰਹਰ ਖਾਈ। ਔਰ ਇਹ ਖੁਸ਼ ਹੋ ਜਾਏ ਸਾਡੇ ਤੇ, ਐਨ ਪ੍ਰਸੰਨ ਹੋ ਜਾਏ ਸਾਡੇ ਤੇ ਜਦੋਂ ਇਹਦੀ ਸੇਵਾ ਕਰੀਏ। ਤੈ ਛਿਨ ਇੱਕ ਨਰ ਆਇਓ ਬੁਲਾਵਨ। ਤੇ ਉਸੇ ਵਕਤ ਇੱਕ ਸੇਵਕ ਜਿਹੜਾ ਸੀ ਉਹ ਆ ਗਿਆ। ਚਲੋ ਮੇਰਾ ਸੀ ਭੋਜਨ ਖਾਵਨ। ਭਾਈ ਸਜਾਦੇ ਨੂੰ ਕਹਿੰਦਾ ਆਜੋ ਭਾਈ ਸਾਹਿਬ ਅੰਦਰ ਚੱਲੀਏ, ਪਿੱਛੇ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਹੋਇਆ, ਤੁਹਾਡੇ ਲਈ ਥਾਲ ਸਜਾ ਦਿੱਤਾ ਹੈ, ਤੇ ਚੱਲ ਕੇ ਆਪ ਜੀ ਭੋਜਨ ਗ੍ਰਹਿਣ ਕਰੋ। ਅੰਤਰ ਸਦਨ ਤਾਏ ਲੈ ਗਏ। ਭਾਈ ਸਜਾਦੇ ਨੂੰ ਪਿਛਲੇ ਪਾਸੇ ਇਹਨਾਂ ਨੇ ਕਮਰਾ ਬਣਾਇਆ ਹੋਇਆ ਸੀ, ਜਿੱਥੇ ਮਾੜੀ ਨੀਤੀ ਨਾਲ ਠੱਗੀਆਂ ਠੋਰੀਆਂ ਕਰਦੇ ਸਨ। ਉੱਥੇ ਭਾਈ ਸਜਾਦੇ ਨੂੰ ਪਿਛਲੇ ਪਾਸੇ ਲੈ ਗਏ। ਤ੍ਰੈ ਮਾਨਵ ਤੈ ਇੱਕ ਠਾਂ ਪਏ। ਹੁਣ ਉੱਥੇ 3 ਬੰਦੇ ਪਹਿਲਾਂ ਹੀ ਮੌਜੂਦ ਸਨ, 3 ਜਣੇ ਪਹਿਲਾਂ ਹੀ ਹਾਜ਼ਰ ਸਨ। ਦੋਹਰਾ ਗਹਿ ਸਹਿਜਾਦੇ ਕੇ ਤਬੈ ਮੁਸ਼ਕੈ ਲਈ ਚੜਾਏ। ਉਹ 3 ਬੰਦੇ ਪਹਿਲਾਂ ਹੀ ਅੰਦਰ ਬੈਠੇ, ਉਹਨਾਂ ਤਿੰਨਾਂ ਨੇ ਭਾਈ ਸਜਾਦੇ ਨੂੰ ਆਉਂਦਿਆਂ ਹੀ ਪਹਿਲਾਂ ਪਕੜ ਲਿਆ। ਬਾਹਾਂ ਫੜ ਕੇ ਪਿੱਛੇ ਮੁਸ਼ਕਾਂ ਬੰਨ੍ਹ ਲਈਆਂ, ਰੱਸੀ ਦੇ ਨਾਲ ਪਿਛਲੇ ਪਾਸੇ ਬਾਹਾਂ ਬੰਨ੍ਹ ਲਈਆਂ। ਬੋ ਮੋਲੇ ਤਨ ਚੀਰ ਜੇ ਸਭ ਖਸੋਟ ਦੁਖਦਾਏ। ਪਹਿਲਾਂ ਉਹਨਾਂ ਨੇ ਇਹ ਕੀਤਾ ਵੀ ਬਾਹਾਂ ਬੰਨੀਆਂ, ਫਿਰ ਭਾਈ ਸਜਾਦੇ ਨੇ ਬੜੇ ਵਧੀਆ ਤੇ ਕੀਮਤੀ ਕੱਪੜੇ ਪਾਏ ਹੋਏ ਸੀ ਸਰੀਰ ਤੇ। ਉਹ ਕੱਪੜੇ ਲਾਏ ਇਹਨਾਂ ਨੇ ਭਾਈ ਸਜਾਦੇ ਦੇ ਤਨ ਤੋਂ। ਚੋਪਈ ਬੋਰੋਂ ਦੇ ਸਾਸ ਨਾ ਕੈਈ। ਕੱਪੜੇ ਲਾਏ ਤੇ ਨਾਲੇ ਫਿਰ ਤਾੜਨਾ ਕਰਦੇ ਭਾਈ ਸਜਾਦੇ ਨੂੰ। ਗੁੱਸੇ ਵਿੱਚ ਆ ਕੇ ਤਾੜਨਾ ਕਰਕੇ ਕਹਿੰਦੇ ਦੱਸ ਹੋਰ ਕੀ ਆ ਤੇਰੇ ਕੋਲ, ਕਿੱਥੇ ਰੱਖਿਆ ਬਾਕੀ ਦਾ ਖਜ਼ਾਨਾ ਤੇਰਾ ਕਿੱਥੇ ਹੈ। ਏਦਾਂ ਤਾੜਨਾ ਕਰਕੇ ਭਾਈ ਸਜਾਦੇ ਨੂੰ ਤਾੜਦੇ ਹਨ। ਤੁਮ ਟਿਗ ਔਰ ਵਸਤ ਜੋ ਐਹੀ। ਕਹਿੰਦੇ ਦੱਸ ਤੇਰੀਆਂ ਹੋਰ ਵਸਤੂਆਂ ਕਿੱਥੇ ਨੇ, ਜਿਹੜੀਆਂ ਤੇਰੀਆਂ ਹੋਰ ਵਸਤੂਆਂ ਹਨ। ਸੋ ਅਬ ਦੀਜੇ ਸਰਬ ਬਤਾਏ। ਉਹ ਸਾਰੀਆਂ ਵਸਤੂਆਂ ਦੱਸ ਦੇ, ਤੂੰ ਬਾਹਰ ਕਿੱਥੇ ਰੱਖ ਕੇ ਆਇਆ, ਕਿੱਥੇ ਟਿਕਾਣਾ ਤੇਰਾ, ਉਹ ਸਾਰੀਆਂ ਸਾਨੂੰ ਦੱਸ ਦੇ, ਤਾਂ ਤੇਰੀ ਜਾਨ ਬਖਸ਼ਾਂਗੇ। ਨਾ ਤੁਰ ਤੁਝ ਮਾਰੇ ਏ ਥਾਏ। ਨਹੀਂ ਤਾਂ ਅਸੀਂ ਤੇਰੇ ਪ੍ਰਾਣ ਕੱਢ ਕੇ ਤੈਨੂੰ ਮੌਤ ਦੇ ਘਾਟ ਉਤਾਰ ਦੇਵਾਂਗੇ ਇਸੇ ਜਗ੍ਹਾ ਤੇ। ਪੀੜ ਪਈ ਸਹਿਜਾਦੇ ਜਬਈ। ਭਾਈ ਸਜਾਦੇ ਨੂੰ ਇੱਕਦਮ ਇਹ ਸਮੱਸਿਆ ਬਣ ਗਈ, ਕਦੇ ਵੇਖਿਆ ਹੀ ਨਹੀਂ ਸੀ ਇਦਾਂ ਦਾ ਮਾਹੌਲ, ਕਦੇ ਇਦਾਂ ਦੀ ਸਮੱਸਿਆ ਦਾ ਸਾਹਮਣਾ ਹੀ ਨਹੀਂ ਸੀ ਕੀਤਾ। ਇੱਕਦਮ ਭਾਈ ਸਜਾਦਾ ਜੀ ਹੱਕੇ ਬੱਕੇ ਰਹਿ ਗਏ ਵੀ ਇਹ ਕੀ ਭਾਣਾ ਵਰਤ ਗਿਆ ਮੇਰੇ ਨਾਲ।
ਪੀੜਾ ਵਿਆਪਦੀ ਆ ਤਨ ਤੇ। ਸ੍ਰੀ ਨਾਨਕ ਚਿਤ ਕੀਨੇ ਤਬਈ। ਭਾਈ ਸਜਾਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਚੇਤੇ ਕੀਤਾ, ਹੇ ਜਗਤ ਦੇ ਸੁਆਮੀ ਤ੍ਰਿਲੋਕੀ ਨਾਥ ਪ੍ਰਭੂ ਜੀ, ਕਿਰਪਾ ਕਰਕੇ ਮੇਰੀ ਬੌੜੀ ਕਰੋ। ਭਲੇ ਤਪਾ ਜੀ ਮੋਕੋ ਭੇਜਾ। ਨਾਲੇ ਆਖਿਆ, ਹੇ ਗੁਰੂ ਨਾਨਕ ਸਾਹਿਬ ਤਪਾ ਜੀ ਤੁਸੀਂ ਚੰਗਾ ਮੈਨੂੰ ਭੇਜਿਆ ਪ੍ਰਸ਼ਾਦਾ ਛਕਣ ਵਾਸਤੇ। ਆਖਿਆ ਵੀ ਜਾ ਭੋਜਨ ਛਕਿਆ, ਚੰਗਾ ਮੈਨੂੰ ਪ੍ਰਸ਼ਾਦਾ ਛਕਣ ਭੇਜਿਆ ਹੈ। ਬਹੁਤ ਵੱਡੋ ਦੁੱਖ ਫਟਤ ਕਰੇ ਜਾ। ਮਹਾਰਾਜ ਜੀ ਇੱਥੇ ਤਾਂ ਵੱਡੇ ਦੁੱਖ 'ਚ ਫਸ ਗਿਆ, ਦਰਦ ਨਾਲ ਮੇਰਾ ਕਲੇਜਾ ਫਟਦਾ ਜਾ ਰਿਹਾ ਹੈ। ਭੂਲਿਓ ਹਿਰਦੇ ਵੈਸ਼ਨੋ ਦੇਖਾ। ਮਹਾਰਾਜ ਮੈਂ ਤਾਂ ਭੁੱਲ ਗਿਆ ਇਸ ਵੈਸ਼ਨੂ ਸਾਧ ਨੂੰ ਵੇਖ ਕੇ ਵੀ ਵੈਸ਼ਨੋ ਸਾਧ ਬੈਠਾ ਹੈ। ਇਹ ਜਿਹੜੇ ਵੈਸ਼ਨਵ ਸਾਧ ਹੁੰਦੇ ਆ ਦਿਆਲੂ ਹੁੰਦੇ ਆ, ਮੈਂ ਤਾਂ ਮਹਾਰਾਜ ਜੀ ਵੇਖ ਕੇ ਭਰਮ ਗਿਆ। ਖਾਲਸਾ ਜੀ ਸੰਗਤ ਜੀ ਸੱਚ ਇਹੀ ਹੈ, ਅਸੀਂ ਵੀ ਬਾਹਰਲਾ ਸਵਰੂਪ ਵੇਖ ਕੇ ਹੀ ਭਰਮਦੇ ਹਾਂ। ਬਾਹਰੋਂ ਸਾਨੂੰ ਕੋਈ ਚੰਗਾ ਸਵਰੂਪ ਦਿਸ ਪਏ, ਬਾਹਰ ਦਾ ਤਾਮ-ਝਾਮ ਦਿਸ ਪਏ, ਆਪਾਂ ਕਹਿੰਦੇ ਆ ਬੜੇ ਵੱਡੇ ਮਹਾਂਪੁਰਸ਼ ਹਨ। ਖਾਲਸਾ ਜੀ ਬਾਹਰਲੇ ਭੇਖ ਨਾਲ ਸੰਬੰਧ ਨਹੀਂ ਹੁੰਦਾ ਸੰਤਗੀਰੀ ਦਾ। ਹਾਂ ਧਾਰਮਿਕ ਲਿਬਾਸ ਹੋਵੇ, ਪਰ ਧਾਰਮਿਕ ਲਿਬਾਸ ਦੇ ਪਿੱਛੇ ਕੀ ਹੈ ਉਹ ਦ੍ਰਿਸ਼ਟੀ ਵੀ ਸਾਡੀ ਹੋਣੀ ਚਾਹੀਦੀ ਹੈ ਪਰਖਣ ਵਾਲੀ। ਕਹਿਣ ਲੱਗਾ ਭਾਈ ਸਜਾਦਾ ਬੇਨਤੀ ਕਰਦਾ, ਮਹਾਰਾਜ ਮੈਂ ਭੇਖੀ ਸਮਝ ਕੇ ਕਿ ਬਾਹਰਲਾ ਸਵਰੂਪ ਵੈਸ਼ਨਵ ਦਾ ਹੈ, ਮੈਂ ਭਰਮ ਦੇ ਵਿੱਚ ਆ ਕੇ ਉਹਦੇ ਤੇ ਵਿਸ਼ਵਾਸ ਕਰ ਲਿਆ, ਯਕੀਨ ਕਰ ਲਿਆ। ਮੈਂ ਜਾਣਤੇ ਅਗੀ ਵਿਸ਼ੇਖਾ। ਮਹਾਰਾਜ ਜੀ ਮੈਂ ਨਹੀਂ ਸੀ ਜਾਣਦਾ ਕਿ ਇਸ ਭੇਖ ਦੇ ਪਿੱਛੇ ਏਡਾ ਵੱਡਾ ਪਾਪੀ ਤੇ ਦੁਰਾਚਾਰੀ ਛਪਿਆ ਹੋਇਆ। ਮੈਂ ਤਾਂ ਇਸ ਤਰ੍ਹਾਂ ਭਰਮ ਗਿਆ ਵੀ ਇੱਕ ਪਾਸੇ ਮਸੀਤ ਬਣਾਈ ਹੈ, ਇੱਕ ਪਾਸੇ ਮੰਦਰ ਦਿਉਰਾ ਬਣਾਇਆ, ਵੀ ਇਹਦੇ ਵਰਗਾ ਤਾਂ ਧਰਮੀ ਬੰਦਾ ਹੀ ਨਹੀਂ ਹੋਣਾ। ਪਰ ਮਹਾਰਾਜ ਮੈਨੂੰ ਕੀ ਪਤਾ ਸੀ ਕਿ ਇਸ ਧਰਮੀ ਭੇਖ ਦੇ ਪਿੱਛੇ ਏਡਾ ਵੱਡਾ ਪਾਪੀ ਤੇ ਦੁਰਾਚਾਰੀ ਬੰਦਾ ਛਪਿਆ ਹੋਇਆ ਹੈ। ਸਹਿਜਾਦੇ ਕੀ ਸਭ ਵਿਦ ਜਾਨੀ। ਹੇ ਅੰਤਰਯਾਮੀ ਸੁਆਮੀ ਕਿਰਪਾ ਕਰੋ ਮੈਨੂੰ ਬਚਾਓ। ਜਦੋਂ ਭਾਈ ਸਜਾਦੇ ਨੇ ਇਸ ਤਰ੍ਹਾਂ ਬੇਨਤੀ ਕੀਤੀ, ਜਾਣੀ ਜਾਣ ਅੰਤਰਯਾਮੀ ਧੰਨ ਗੁਰੂ ਨਾਨਕ ਸਾਹਿਬ ਜੀ ਜਾਣਦੇ ਸਨ ਪਾਤਸ਼ਾਹ ਨੇ ਸੱਜਣ ਦਾ ਪਾਰ ਉਤਾਰਾ ਜੋ ਕਰਨਾ ਸੀ। ਆਪ ਹੀ ਇਹ ਸਾਰੀ ਲੀਲਾ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਰਚੀ ਹੋਈ ਹੈ। ਜਾਣੀ ਜਾਣ ਗਏ। ਪੂਰਨ ਗਮਨ ਕੀਨ ਗੁਣ ਖਾਨੀ। ਗੁਣਾਂ ਦੇ ਖਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬੜੀ ਛੇਤੀ ਨਾਲ ਚੱਲ ਕੇ ਸੱਜਣ ਦੀ ਧਰਮਸ਼ਾਲਾ 'ਚ ਪਹੁੰਚੇ। ਐਸੇ ਹੋ ਜਾ ਵੈਸ਼ਨੋ ਬਨ ਕੇ। ਜਿੱਥੇ ਸੱਜਣ ਠੱਗ ਵੈਸ਼ਨਵ ਦੇ ਭੇਖ ਦੇ ਵਿੱਚ ਭੇਖੀ ਬਣ ਕੇ ਬੈਠਾ ਹੋਇਆ। ਦਵਾਦਸ਼ ਤਿਲਕ ਲਗਾਏ ਗਨ ਕੇ। ਗਿਣ ਕੇ ਆਪਣੇ ਸਰੀਰ ਤੇ 12 ਤਿਲਕ ਲਾਏ ਹੋਏ ਨੇ ਸੱਜਣ ਨੇ। ਮੱਥੇ ਤੇ ਤਿਲਕ ਲਾਏ ਨੇ, ਗਰਦਨ ਤੇ, ਛਾਤੀ ਤੇ, ਬਾਹਾਂ ਤੇ, ਪੱਟਾਂ ਤੇ, ਲੱਤਾਂ ਤੇ, ਏਦਾਂ 12 ਤਿਲਕ ਆਪਣੇ ਸਰੀਰ ਦੇ ਉੱਤੇ ਗਿਣ ਕੇ ਲਾਏ ਹੋਏ ਨੇ ਸੱਜਣ ਠੱਗ ਨੇ। ਜਾਏ ਨਿਕਟ ਬੇਦੀ ਕੁਲ ਰਾਈ। ਬੇਦੀਆਂ ਦੀ ਕੁਲ ਦੇ ਰਾਜੇ, ਬੇਦੀ ਕੁਲ ਭੂਖਣ ਜਗਤ ਗੁਰੂ ਨਾਨਕ ਸਾਹਿਬ ਜੀ ਸੱਜਣ ਦੇ ਕੋਲ ਆਣ ਖਲੋਤੇ ਹਨ। ਸ਼੍ਰੀ ਕਰਤਾਰ ਕਰਤਾਰ ਅਲਾਈ। ਪਾਤਸ਼ਾਹ ਨੇ ਜਾ ਕੇ ਆਖਿਆ, ਸਤ ਕਰਤਾਰ ਸਤ ਕਰਤਾਰ ਸਤ ਕਰਤਾਰ। 3 ਵਾਰ ਪਾਤਸ਼ਾਹ ਨੇ ਕਿਹਾ। ਸੱਜਣ ਹਮਰੇ ਏਕ ਮਿਰਾਸੀ। ਮਹਾਰਾਜ ਜੀ ਆਉਂਦਿਆਂ ਕਹਿੰਦੇ, ਹਾਂ ਬਈ ਸੱਜਣ ਸਾਡਾ ਇੱਕ ਮਰਾਸ਼ੀ ਸੀ। ਪਾਤਸ਼ਾਹ ਕਹਿੰਦੇ ਸਾਡਾ ਇੱਕ ਮਰਾਸ਼ੀ ਸੇਵਕ ਸੀ। ਸੋ ਚੱਲ ਆਇਓ ਤੁਮਰੇ ਪਾਸੀ। ਉਹ ਤੇਰੇ ਕੋਲ ਚੱਲ ਕੇ ਆਇਆ ਸੀ ਪ੍ਰਸ਼ਾਦਾ ਭੋਜਨ ਛਕਣ ਵਾਸਤੇ। ਹਟ ਕੇ ਪੁਨਹਮ ਪਾਸ ਨ ਗਇਓ। ਤੇ ਸਾਡਾ ਉਹ ਸੇਵਕ ਮੁੜ ਕੇ ਤੇਰੇ ਕੋਲੋਂ ਵਾਪਸ ਸਾਡੇ ਕੋਲ ਨਹੀਂ ਆਇਆ। ਉਹ ਇੱਥੋਂ ਪਰਤ ਕੇ ਵਾਪਸ ਨਹੀਂ ਗਿਆ। ਉਹ ਜਾਣੇ ਤੈ ਕੋ ਕਿਆ ਭਇਓ। ਹੁਣ ਕੌਣ ਜਾਣੇ ਸੱਜਣ ਵੀ ਉਹਦੇ ਨਾਲ ਕੀ ਹੋਇਆ। ਪਾਤਸ਼ਾਹ ਕਹਿੰਦੇ ਸੱਜਣ ਆਇਆ ਤਾਂ ਤੇਰੇ ਕੋਲੇ ਹੀ ਸੀ, ਵਾਪਸ ਨਹੀਂ ਆਇਆ ਸਾਡੇ ਕੋਲ। ਹੁਣ ਕੌਣ ਜਾਣੇ ਉਹਦੇ ਨਾਲ ਕੀ ਹੋਇਆ। ਸੱਜਣ ਕਹੇ ਨ ਆਇਓ ਕੋਈ। ਸੱਜਣ ਅੱਗੋਂ ਝੂਠ ਬੋਲਿਆ, ਕਹਿਣ ਲੱਗਾ ਨਹੀਂ ਜੀ ਸਾਡੇ ਕੋਲ ਨਹੀਂ ਆਇਆ ਜੀ ਕੋਈ।
ਜਿਹੜੇ ਮਰਾਸ਼ੀ ਦੀ ਤੁਸੀਂ ਗੱਲ ਕਰਦੇ ਹੋ ਸਾਡੇ ਕੋਲ ਨਹੀਂ ਆਇਆ ਕੋਈ। ਜੇ ਆਵਤ ਹਮ ਟਿਗਵੈ ਸੋਈ। ਜੇ ਆਇਆ ਹੁੰਦਾ ਤੇ ਇੱਥੇ ਮੇਰੇ ਕੋਲ ਹੀ ਬੈਠਾ ਹੋਣਾ ਸੀ ਉਹਨੇ। ਜੇ ਆਇਆ ਹੁੰਦਾ ਤੇ ਇੱਥੇ ਸਾਡੇ ਕੋਲ ਹੀ ਹੁੰਦਾ। ਸ੍ਰੀ ਗੁਰ ਕੈ ਘਰ ਆਇਓ ਤੋਈ। ਮਹਾਰਾਜ ਜੀ ਕਹਿੰਦੇ ਸੱਜਣ ਝੂਠ ਨਹੀਂ ਬੋਲੀਦਾ, ਉਹ ਤੇਰੇ ਘਰ ਹੀ ਇੱਥੇ ਹੀ ਚੱਲ ਕੇ ਆਇਆ। ਕੂਰ ਨ ਕਹੋ ਇਆਂ ਸੋ ਹੋਈ। ਝੂਠ ਨਾ ਬੋਲੋ, ਇੱਥੇ ਹੀ ਹੋਵੇਗਾ। ਸੁਨ ਸੱਜਣ ਪੁਨ ਬਚਨ ਬਖਾਨਾ। ਸੁਣ ਕੇ ਸੱਜਣ ਠੱਗ ਫੇਰ ਅੱਗੋਂ ਬੋਲਿਆ, ਕਹਿਣ ਲੱਗਾ ਤੁਮ ਪਿਖੀਅਤੋ ਸੰਤ ਮਹਾਨਾ। ਕਹਿਣ ਲੱਗਾ ਜੀ ਮੈਨੂੰ ਤੁਸੀਂ ਵੇਖਣ ਵਿੱਚ ਸੰਤ ਨਜ਼ਰ ਆਉਂਦੇ ਹੋ, ਤੁਸੀਂ ਕੋਈ ਮਹਾਨ ਵੱਡੇ ਸੰਤ ਦਿਸਦੇ ਹੋ। ਝੂਠ ਨ ਤੁਮ ਸੋ ਕਰੋ ਉਚਾਰੀ। ਤੁਹਾਡੇ ਵਰਗੇ ਸੰਤਾਂ ਦੇ ਸਾਹਮਣੇ ਭਲਾ ਮੈਂ ਝੂਠ ਬੋਲਣਾ? ਮੈਂ ਝੂਠ ਨਹੀਂ ਪਿਆ ਬੋਲਦਾ। ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਸਨਮੁਖ ਭਲਾ ਮੈਂ ਕਿਉਂ ਝੂਠ ਬੋਲਾਂ? ਮੈਂ ਪ੍ਰਤੀਤ ਤੁਲਿਓ ਨਿਆਰੀ। ਜੇ ਤੁਹਾਨੂੰ ਯਕੀਨ ਨਹੀਂ ਮੇਰੇ ਤੇ ਜਾਓ ਅੰਦਰ ਜਾ ਕੇ ਵੇਖ ਲਵੋ। ਗੁਰ ਮੁਝ ਸੋ ਕਹਿ ਜਾਵੋ ਬਾਲਾ। ਸਤਿਗੁਰੂ ਜੀ ਨੇ ਭਾਈ ਬਾਲੇ ਨੂੰ ਆਖਿਆ, ਬਾਲਿਆ ਜਾ ਅੰਦਰ ਜਾ ਕੇ ਵੇਖ। ਕਰੋ ਵੈਸ਼ਨੋ ਕੋ ਮੁਖ ਕਾਲਾ। ਔਰ ਆ ਜਿਹੜਾ ਵੈਸ਼ਨਵ ਸਾਧ ਬੈਠਾ ਇਹਦਾ ਮੂੰਹ ਕਾਲਾ ਕਰ, ਝੂਠਾ ਸਾਬਤ ਕਰ ਇਹਨੂੰ। ਮਹਾਰਾਜ ਜੀ ਕਹਿੰਦੇ ਇਹਦਾ ਮੂੰਹ ਕਾਲਾ ਕਰ, ਜਾ ਕੇ ਅੰਦਰ ਵੇਖ। ਅੰਤਰ ਤੇ ਸਹਿਜਾਦਾ ਲਿਆਏ। ਤੇ ਭਾਈ ਬਾਲਾ ਜੀ ਅੰਦਰ ਗਏ, ਅੱਗੋਂ ਭਾਈ ਸਜਾਦਾ ਜੀ ਬੰਨੇ ਹੋਏ। ਭਾਈ ਸਜਾਦੇ ਨੂੰ ਨਾਲ ਲੈ ਕੇ ਭਾਈ ਬਾਲਾ ਜੀ ਬਾਹਰ ਆਏ। ਕਾਲਖਿਆਂ ਕੇ ਬਦਨ ਲਗਾਏ। ਮਹਾਰਾਜ ਜੀ ਕਹਿੰਦੇ ਜਾਓ ਲੈ ਕੇ ਆਓ ਬਾਲਾ ਜੀ, ਔਰ ਇਹਦੇ ਮੂੰਹ ਤੇ ਕਾਲਖ ਪੋਚੀਏ, ਇਹ ਝੂਠ ਬੋਲਦਾ ਸੱਜਣ ਠੱਗ। ਸੁਨਤ ਸ਼੍ਰੋਨ ਮੈਂ ਤੂਰਨ ਗਇਓ। ਸਤਿਗੁਰਾਂ ਦੇ ਬਚਨ ਸੁਣ ਕੇ ਭਾਈ ਬਾਲਾ ਜੀ ਛੇਤੀ ਅੰਦਰ ਗਏ। ਬੰਧਨ ਯੁਕਤ ਬਿਲੋਕਤ ਪਇਓ। ਵੇਖਿਆ ਅੱਗੋਂ ਭਾਈ ਸਜਾਦਾ ਜੀ ਨੂੰ ਰੱਸੀਆਂ ਨਾਲ ਬੰਨਿਆ ਹੋਇਆ। ਮੁਕਤ ਕਰਿਓ ਸੋ ਲੀਨੇ ਉਠਾਈ। ਭਾਈ ਬਾਲਾ ਜੀ ਨੇ ਜਾ ਕੇ ਰੱਸੀਆਂ ਖੋਲੀਆਂ ਔਰ ਭਾਈ ਸਜਾਦੇ ਨੂੰ ਉਠਾਇਆ। ਸਹਿਜਾਦੇ ਤਬ ਗਿਰਾ ਅਲਾਈ। ਭਾਈ ਸਜਾਦਾ ਜੀ ਅੱਗੋਂ ਬੋਲੇ, ਕਹਿਣ ਲੱਗੇ ਭਲੇ ਥਾਨ ਭੇਜਿਓ ਮੁਝ ਨਾਥਾ। ਕਹਿਣ ਲੱਗੇ ਮਹਾਰਾਜ ਜੀ ਮੈਨੂੰ ਤੁਸੀਂ ਚੰਗੇ ਥਾਂ ਭੇਜਿਆ ਪ੍ਰਸ਼ਾਦਾ ਛਕਣ, ਮੈਨੂੰ ਤੁਸੀਂ ਚੰਗਾ ਰੋਟੀ ਛਕਣ ਭੇਜਿਆ ਹੈ। ਚੀਰ ਉਤਾਰੇ ਬੰਦੇ ਹਾਥਾ। ਮਹਾਰਾਜ ਇਹਨਾਂ ਤਾਂ ਪ੍ਰਸ਼ਾਦਾ ਕੀ ਛਕਾਣਾ ਸੀ, ਮੇਰੇ ਕੱਪੜੇ ਵੀ ਲਾ ਲਿਆ ਇਹਨਾਂ ਨੇ। ਕੱਪੜੇ ਲਾ ਕੇ ਮਹਾਰਾਜ ਮੇਰੇ ਹੱਥ ਬੰਨ ਲਏ ਹਨ। ਇਨ ਤੇ ਪਟ ਅਬ ਦਿਓ ਦਿਵਾਏ। ਮਹਾਰਾਜ ਮੇਰੇ ਕੱਪੜੇ ਤਾਂ ਵਾਪਸ ਕਰਾਓ, ਬੜੇ ਵਧੀਆ ਕੀਮਤੀ ਕੱਪੜੇ ਸੀ। ਮਹਾਰਾਜ ਮੇਰੇ ਬਸਤਰ ਮੇਰੇ ਕੱਪੜੇ ਨਾ ਤੋਂ ਵਾਪਸ ਕਰਵਾਓ। ਬੜੇ ਦੁਸ਼ਟ ਪਾਪੀ ਦੁਖਦਾਏ। ਮਹਾਰਾਜ ਇਹ ਤਾਂ ਬੜੇ ਦੁਸ਼ਟ ਨੇ, ਬੜੇ ਪਾਪੀ ਨੇ, ਬੜਾ ਦੁੱਖ ਦੇਣ ਵਾਲੇ, ਦੁੱਖ ਦਿੰਦੇ ਹਨ। ਮਨੁਜ ਕਹੇ ਇਹੋ ਐਸੇ ਆਇਓ। ਹੁਣ ਉੱਥੇ ਜਿਹੜੇ ਸੱਜਣ ਦੇ ਸਾਥੀ ਸੀ ਨਾਲ ਦੇ, ਉਹ ਕਹਿਣ ਲੱਗੇ ਜੀ ਨਹੀਂ ਸਾਡੇ ਕੋਲ ਆਇਆ ਹੀ ਏਦਾਂ ਸੀ, ਝੂਠ ਬੋਲਦਾ, ਅਸਾਂ ਤਾਂ ਨਹੀਂ ਕੱਪੜੇ ਲਾਏ ਇਹਦੇ, ਇਹ ਤਾਂ ਏਦਾਂ ਹੀ ਆਇਆ ਸੀ ਸਾਡੇ ਕੋਲ। ਮੈਂ ਤਕੂਲ ਕੋ ਪਟ ਲਿਆਇਓ। ਇਹਦੇ ਕੋਲ ਨਹੀਂ ਸੀ ਕੋਈ ਕੱਪੜਾ ਟਾਕੀ, ਇਹ ਭੁੱਖਾ ਨੰਗਾ ਏਦਾਂ ਹੀ ਆਇਆ ਸੀ ਸਾਡੇ ਕੋਲ। ਤਬ ਮੈਂ ਨਗਨ ਲੀਨ ਨਿਜ ਸਾਥਾ। ਭਾਈ ਬਾਲਾ ਜੀ ਨੇ ਉਸ ਵੇਲੇ ਭਾਈ ਸਜਾਦੇ ਨੂੰ ਉਸੇ ਤਰ੍ਹਾਂ ਹੀ ਕੱਪੜਿਆਂ ਤੋਂ ਬਿਨਾਂ ਹੀ ਬਾਹਰ ਲਿਆਂਦਾ। ਆਇਓ ਜੈ ਠਾਂਡੇ ਜਗਨਾਥਾ। ਜਿੱਥੇ ਜਗਤ ਦੇ ਨਾਥ ਤ੍ਰਿਲੋਕੀ ਨਾਥ ਗੁਰੂ ਨਾਨਕ ਸਾਹਿਬ ਖੜੇ ਸਨ। ਦੋਹਰਾ ਗੁਰ ਬੂਝਿਓ ਕਿਉ ਨਗਨ ਪਾ, ਕਿਨੇ ਉਤਾਰੇ ਚੀਰ। ਸਤਿਗੁਰੂ ਜੀ ਪੁੱਛਦੇ ਭਾਈ ਸਜਾਦੇ ਨੂੰ, ਸਜਾਦਿਆ ਆ ਕੱਪੜੇ ਕਿੱਥੇ ਆ ਤੇਰੇ? ਚੰਗਾ ਭਲਾ ਆਇਆ ਸੀ ਤੂੰ, ਕੱਪੜੇ ਸਨ ਤੇਰੇ ਤਨ ਤੇ, ਕਿੱਥੇ ਨੇ ਉਹ ਕੱਪੜੇ, ਕਿਹਨੇ ਲਾ ਲਏ ਹਨ? ਸੁਨ ਕੈ ਸਹਿਜਾਦਾ ਕਹਿਤ, ਸੁਨੋ ਹਰਨ ਪਰ ਪੀਰ। ਸੁਣ ਕੇ ਭਾਈ ਸਜਾਦੇ ਨੇ ਹੱਥ ਜੋੜੇ ਤੇ ਆਖਿਆ, ਮਹਾਰਾਜ ਇਹ ਪੀੜਾ ਹਰਨ ਵਾਲੇ ਸੁਆਮੀ, ਕਿਰਪਾ ਕਰਕੇ ਮੇਰੀ ਬੇਨਤੀ ਸੁਣੋ। ਚੋਪਈ ਇਹ ਤੋ ਭਲੋ ਵੈਸ਼ਨੋ ਬੈਸਾ। ਮਹਾਰਾਜ ਆ ਵੇਖੋ, ਵੇਖਣ ਨੂੰ ਸੱਜਣ ਇਹਦਾ ਨਾਂ ਆ ਪਰ ਇਹ ਠੱਗ ਹੈ। ਭਾਈ ਸਜਾਦਾ ਜੀ ਕਹਿੰਦੇ, ਮਹਾਰਾਜ ਆ ਵੇਖੋ ਕਿੱਡਾ ਵੈਸ਼ਨਵ ਨਜ਼ਰ ਆਉਂਦਾ, ਕਿਵੇਂ ਤਿਲਕ ਲਾਏ ਨੇ ਬਗਲੇ ਵਾਂਗੂ ਚਿੱਟਾ ਉਜਲ, ਆਪਣੇ ਆਪ ਨੂੰ ਸਾਧੂ ਬਣ ਕੇ ਬੈਠਾ, ਵੈਸ਼ਨਵ ਬਣ ਕੇ ਬੈਠਾ। ਮਹਾਰਾਜ ਇਹ ਬੜਾ ਵੱਡਾ ਠੱਗ ਹੈ।
ਪੰਚਕ ਅਗੀ ਨ ਕੋ ਇਸ ਜੈਸਾ। ਮਹਾਰਾਜ ਮੈਂ ਬੰਦੇ ਬੜੇ ਵੇਖੇ ਸੰਸਾਰ 'ਚ, ਪਰ ਇਹਦੇ ਵਰਗਾ ਠੱਗ, ਇਹਦੇ ਵਰਗਾ ਪਾਪੀ ਮਲੇਛ ਮੈਂ ਨਹੀਂ ਕਿਤੇ ਵੇਖਿਆ। ਮੋਕੋ ਅੰਤਰ ਲੀਕਰ ਧਾਮਾ। ਮਹਾਰਾਜ ਮੈਂ ਪਹਿਲਾਂ ਇਹਦੇ ਕੋਲ ਆ ਕੇ ਬੈਠਾ, ਮੇਰੇ ਕੋਲ ਥੋੜੀ ਬਹੁਤੀ ਇਹਨੇ ਜਾਣਕਾਰੀ ਲਈ, ਮੁੜ ਕੇ ਮੈਨੂੰ ਅੰਦਰ ਲੈ ਗਏ। ਮੁਸ਼ਕਾਂ ਬਾਂਧ ਲੀਨ ਸੰਗ ਦਾਮਾ। ਮਹਾਰਾਜ ਰੱਸੀ ਨਾਲ ਮੇਰੀਆਂ ਬਾਹਾਂ ਬੰਨ ਲੀਆਂ ਸੀ ਪਿੱਛੇ ਕਰਕੇ ਇਹਦੇ ਬੰਦਿਆਂ ਨੇ। ਚੀਰ ਉਤਾਰ ਸ਼ਾਸਨਾ ਦੀਨੀ। ਮਹਾਰਾਜ ਮੇਰੇ ਕੱਪੜੇ ਲਾ ਲਏ ਔਰ ਮੈਨੂੰ ਇਹਨਾਂ ਨੇ ਮਾਰਿਆ ਕੁੱਟਿਆ ਵੀ ਐ। ਐਸੋ ਤੀਬਰ ਪਾਪ ਮਤ ਪੀਨੀ। ਮਹਾਰਾਜ ਇਹੋ ਜੇ ਪਾਪਾਂ ਵਿੱਚ ਇਹਨਾਂ ਦੀ ਮਤ ਗਲਤ ਹੋ ਰਹੀ ਐ। ਜਿਉਂ ਜਿਉਂ ਕਹਿਤ ਬਚਨ ਟਿਗ ਸੋਏ। ਜਿਵੇਂ ਜਿਵੇਂ ਭਾਈ ਸਜਾਦਾ ਜੀ ਸਤਿਗੁਰਾਂ ਨੂੰ ਦੱਸਦੇ ਹਨ, ਤਿਉਂ ਤਿਉਂ ਸੱਜਣ ਲੱਜਿਤ ਹੋਏ। ਸੱਜਣ ਤਿਵੇਂ ਤਿਵੇਂ ਸ਼ਰਮਿੰਦਾ ਹੁੰਦਾ ਜਾ ਰਿਹਾ, ਕਿਉਂਕਿ ਪਤਾ ਮੇਰਾ ਪਾਪ ਉਗੜ ਕੇ ਸਾਹਮਣੇ ਆ ਗਿਆ। ਜਿਵੇਂ ਜਿਵੇਂ ਭਾਈ ਸਜਾਦਾ ਜੀ ਬੋਲ ਕੇ ਦੱਸਦੇ ਨੇ, ਤਿਵੇਂ ਤਿਵੇਂ ਕੋਲ ਬੈਠਾ ਸ਼ਰਮਿੰਦਾ ਹੋ ਰਿਹਾ ਹੈ। ਨੀਚ ਗਰੀਬ ਜੈ ਬੋਲ ਨ ਆਵੇ। ਇਹਨੇ ਸਿਰ ਨੀਵਾ ਜਿਹਾ ਕਰ ਲਿਆ ਤੇ ਮੂੰਹ ਤੋਂ ਬੋਲਦਾ ਨਹੀਂ। ਕੈਸੋ ਦੁਰੇ ਨ ਮਿਸਕੋ ਪਾਵੇ। ਤੇ ਨਾ ਹੁਣ ਕੋਈ ਜਗ੍ਹਾ ਲੱਭਦੀ ਆ ਵੀ ਜਿੱਥੇ ਲੁਕ ਜਾਏ, ਕਿੱਥੇ ਛੁਪੇ ਕਿੱਥੇ ਹੁਣ ਨਾ ਕੋਈ ਬਹਾਨਾ ਸੁਝਦਾ ਵੀ ਬਹਾਨਾ ਕੀ ਲਾਵਾ। ਲੱਜਿਤ ਹੋਇਓ ਦੇਖ ਮਾਨਾ। ਬਹੁਤ ਜ਼ਿਆਦਾ ਲੱਜਤ, ਬਹੁਤ ਜ਼ਿਆਦਾ ਸ਼ਰਮਸਾਰ ਤੇ ਸ਼ਰਮਿੰਦਾ ਹੋਇਆ ਸੱਜਣ ਠੱਗ। ਤੈ ਛਿਨ ਸ਼੍ਰੀ ਗੁਰ ਸ਼ਬਦ ਬਖਾਨਾ। ਧੰਨ ਗੁਰੂ ਨਾਨਕ ਸਾਹਿਬ ਨੇ ਵੇਖਿਆ ਵੀ ਜਿਹੜਾ ਬੰਦਾ ਸ਼ਰਮਿੰਦਾ ਹੋ ਰਿਹਾ ਨਾ, ਇਹਦਾ ਮਤਲਬ ਕੁਝ ਨਾ ਕੁਝ ਅੰਦਰ ਹਾਲੇ ਕਣੀ ਬਾਕੀ ਹੈ ਧਰਮ ਦੀ। ਵੀ ਜਿਹੜਾ ਸ਼ਰਮਿੰਦਾ ਹੋ ਰਿਹਾ, ਅਕਸਰ ਪਾਪ ਕਰਨ ਵਾਲਾ ਪਾਪੀ ਮਨੁੱਖ ਪਾਪ ਕਰਕੇ ਫੜਿਆ ਵੀ ਜਾਵੇ ਤੇ ਸ਼ਰਮਿੰਦਾ ਨਹੀਂ ਹੁੰਦਾ, ਪਰ ਇਹ ਬੰਦਾ ਸ਼ਰਮਿੰਦਾ ਹੋ ਰਿਹਾ, ਇਹਦਾ ਮਤਲਬ ਕੁਝ ਨਾ ਕੁਝ ਚੰਗੇ ਕਰਮ ਪਿਛਲੇ ਜਨਮ ਦੇ ਹਨ ਜਿਹਦੇ ਕਰਕੇ ਇਹਦੀ ਕਲਿਆਣ ਹੋ ਸਕਦੀ ਹੈ। ਪਾਤਸ਼ਾਹ ਨੇ ਜਦੋਂ ਵੇਖਿਆ ਕਿ ਸ਼ਰਮਿੰਦਾ ਹੋ ਰਿਹਾ, ਤੋ ਗਰੀਬ ਨਵਾਜ ਸਾਹਿਬ ਨੇ ਪਾਵਨ ਸ਼ਬਦ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ। ਅੱਜ ਅੰਮ੍ਰਿਤ ਵੇਲੇ ਇਹ ਪਾਵਨ ਸ੍ਰੀ ਮੁਖਵਾਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਚੋਂ ਵੀ ਪ੍ਰਾਪਤ ਹੋਇਆ ਹੈ। ਅੱਜ ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਪ੍ਰਕਾਸ਼ ਸਮੇਂ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਦਰਬਾਰ ਵਿੱਚ ਤਖਤਾਂ ਤੇ ਪ੍ਰਕਾਸ਼ਮਾਨ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਜੀ ਨੇ ਅੱਜ ਦਾ ਇਹ ਪਾਵਨ ਹੁਕਮਨਾਮਾ ਸਾਨੂੰ ਬਖਸ਼ਿਆ। ਆ ਪਿਛਲੀ 12 ਤਰੀਕ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਦੀ ਹਾਜ਼ਰੀ ਸੀ ਸ੍ਰੀ ਅੰਮ੍ਰਿਤਸਰ ਸਾਹਿਬ। ਉਸ ਦਿਨ ਵੀ ਪਾਤਸ਼ਾਹ ਨੇ ਇਹੀ ਹੁਕਮਨਾਮਾ ਅੰਮ੍ਰਿਤ ਵੇਲੇ ਬਖਸ਼ਿਆ ਸੀ। ਕਥਾ ਦੀ ਸੇਵਾ ਇਸ ਪਾਵਨ ਸ਼ਬਦ ਦੀ ਨਿਭਾ ਕੇ ਆਏ ਸਾਂ। ਅੱਜ ਇਹ ਪਾਵਨ ਸ਼ਬਦ ਲੜੀਵਾਰ ਕਥਾ ਵਿੱਚ ਆ ਰਿਹਾ ਹੈ। ਸਰਵਣ ਕਰੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੱਜਣ ਠੱਗ ਦਾ ਨਿਸਤਾਰਾ ਕਰ ਰਹੇ ਨੇ। ਕੱਲੇ ਸੱਜਣ ਦਾ ਉਧਾਰ ਨਹੀਂ ਪੇ ਕਰਦੇ, ਪਰਥਾਏ ਸੱਜਣ ਨੂੰ ਕਹਿ ਰਹੇ ਨੇ, ਪਰ ਹੈ ਸੰਸਾਰ ਦੇ ਸਮਸਤ ਪ੍ਰਾਣੀਆਂ ਵਾਸਤੇ ਸਾਂਝਾ ਉਪਦੇਸ਼। ਕਿਉਂਕਿ ਖਾਲਸਾ ਜੀ ਉਦੋਂ ਇੱਕ ਸੱਜਣ, ਅੱਜ ਘਰ ਘਰ ਦੇ ਵਿੱਚ ਸੱਜਣ ਹੈਣ। ਖਾਲਸਾ ਜੀ ਬਾਹਰੋਂ ਅਸੀਂ ਵੀ ਧਰਮੀ ਲਿਬਾਸ ਬਣਾ ਲੈਨੇ ਹਾਂ, ਪਰ ਧਰਮ ਦੀ ਕਣੀ ਹਿਰਦੇ 'ਚ ਹੈ ਕਿ ਨਹੀਂ, ਉਹ ਸਾਨੂੰ ਆਪਣੇ ਅੰਦਰ ਸਵੈ ਅਧਿਆਇ ਕਰਕੇ ਵੇਖਣਾ ਪਵੇਗਾ, ਸਵੈ ਪੜਚੋਲ ਕਰਨੀ ਪਵੇਗੀ, ਆਪਣੇ ਅੰਦਰ ਝਾਤੀ ਮਾਰ ਕੇ ਕਿਤੇ ਅਸੀਂ ਵੀ ਵਿਖਾਵੇ ਦੇ ਪਖੰਡ 'ਚ ਤਾਂ ਨਹੀਂ ਉਲਝੇ ਹੋਏ ਕਿ ਬਾਹਰੋਂ ਕੁਝ ਵਿਖਾਵਾ ਹੋਰ ਹੋਵੇ ਔਰ ਅੰਦਰੋਂ ਸਾਡੀਆਂ ਬਿਰਤੀਆਂ ਕੁਝ ਹੋਰ ਹੋਵਣ। ਤੇ ਜੇ ਹੈਣ ਤੇ ਇਹ ਪਾਵਨ ਸ਼ਬਦ ਸਾਡੇ ਸਾਰਿਆਂ ਵਾਸਤੇ ਹੈ, ਕੱਲਾ ਸੱਜਣ ਠੱਗ ਵਾਸਤੇ ਨਹੀਂ ਹੈ। ਸਰਵਣ ਕਰੀਏ। ਧੰਨ ਗੁਰੂ ਨਾਨਕ ਸਾਹਿਬ ਦੇ ਪਾਕ ਹਿਰਦੇ ਵਿੱਚ ਇਹ ਪਾਵਨ ਅੰਮ੍ਰਿਤ ਬਚਨ ਧੁਰ ਦਰਗਾਹ ਤੋਂ ਨਿਰੰਕਾਰ ਦੇ ਘਰੋਂ ਉਤਰੇ ਹਨ। ਪਾਤਸ਼ਾਹ ਉਚਾਰਨ ਕਰ ਰਹੇ ਹਨ। ਸੂਈ ਮਹੱਲਾ ਪਹਿਲਾ ਘਰ ਛੇਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਹੀ ਰਾਗ ਹੈ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ ਹੈ। ਘਰ ਛੇਵਾਂ, ਛੇਵੇਂ ਘਰ ਸੁਰ ਤਾਲ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਮੰਗਲਾਚਰਨ ਕਰਦੇ ਨੇ ਅਕਾਲ ਪੁਰਖ ਇੱਕ ਅਦੁੱਤੀ ਹੈ, ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ।
ਸਤਿਗੁਰ ਪ੍ਰਸਾਦ ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਉਜਲ ਕੇ ਆ ਚਿਲਕਣਾ ਕੋਟਮ ਕਾਲੜੀ ਮਸ। ਉਜਲ ਕਹਿਹਾਂ ਚਿਲਕਣਾ, ਕਹਿ ਦਾ ਭਾਂਡਾ ਹੁੰਦਾ ਨਾ, ਕਹਿ ਦਾ ਭਾਂਡਾ ਵੇਖਣ ਨੂੰ ਬੜਾ ਉਜਵਲ ਚਿੱਟਾ ਚਮਕਦਾਰ ਤੇ ਚਿਲਕਣਾ ਜਿਹਾ ਹੁੰਦਾ, ਚਮਕਦਾ ਹੈ। ਪਰ ਜਦੋਂ ਉਹਨੂੰ ਮਲੋਗੇ, ਘੋਟਮ ਮਲੋਗੇ, ਉਹਨੂੰ ਮਲਣ ਤੋਂ ਬਾਅਦ ਜਿਵੇਂ ਜਿਵੇਂ ਉਹਨੂੰ ਮਾਂਜੋਗੇ ਉਹਦੇ ਵਿੱਚੋਂ ਕਾਲੀ ਸਿਆਹੀ ਨਿਕਲਦੀ ਹੈ। ਘੋਟਮ ਕਾਲੜੀ ਮਸ, ਕਾਲੇ ਰੰਗ ਦੀ ਮਸ, ਮਸ ਕਹਿੰਦੇ ਨੇ ਸਿਆਹੀ ਨੂੰ, ਕਾਲੇ ਰੰਗ ਦੀ ਸਿਆਹੀ ਜਿਹੜੀ ਆ ਉਹਦੇ ਵਿੱਚੋਂ ਨਿਕਲਦੀ ਹੈ। ਹਾਂਜੀ। ਤੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾਂ ਤਿਸ। ਕਹਿੰਦੇ ਜੇ ਉਹਨੂੰ 100 ਵੇਰੀ ਵੀ ਧੋਈਏ ਤੇ ਧੋ ਕੇ ਉਹਦੀ ਝੂਠ ਨਹੀਂ ਜਾਂਦੀ। ਸਤਿਪੁਰਸ਼ ਕਹਿੰਦੇ ਵੀ ਕਹਿ ਦਾ ਭਾਂਡਾ ਜਿਵੇਂ ਮਿੱਟੀ ਦਾ ਭਾਂਡਾ ਇੱਕ ਵਾਰੀ ਝੂਠਾ ਹੋ ਜਾਏ ਤੇ ਸੁੱਚਾ ਨਹੀਂ ਹੁੰਦਾ ਮੁੜ ਕੇ, ਇਸੇ ਤਰ੍ਹਾਂ ਕਹਿ ਦਾ ਜਿਹੜਾ ਭਾਂਡਾ ਹੈ ਇਹ ਵੀ ਮੁੜ ਕੇ ਸੁੱਚਾ ਨਹੀਂ ਹੁੰਦਾ, ਇਹ ਝੂਠਾ ਤੇ ਮਲੀਨ ਹੀ ਰਹਿੰਦਾ। ਚਾਹੇ 100 ਵੇਰੀ ਵੀ ਧੋਵੋ ਉਹਦੇ ਵਿੱਚੋਂ ਕਾਲਖ ਨਿਕਲੀ ਜਾਣੀ ਆ ਮੁੜ ਮੁੜ ਕੇ, ਇਹ ਪਵਿੱਤਰ ਨਹੀਂ ਹੁੰਦਾ। ਪਾਤਸ਼ਾਹ ਕਹਿੰਦੇ ਸੱਜਣ ਤੂੰ ਉਸ ਕਹਿ ਦੇ ਭਾਂਡੇ ਵਾਂਗੂ ਬਾਹਰੋਂ ਬੜਾ ਉਜਲ 12 ਤਿਲਕ ਲਾਏ, ਚਿੱਟੇ ਰੰਗ ਦੀ ਪੋਸ਼ਾਕ ਪਾਈ, ਧਰਮੀ ਲਿਬਾਸ ਧਾਰਨ ਕੀਤਾ, ਬੜਾ ਚਿਲਕਣਾ ਜਿਹਾ ਨਜ਼ਰ ਆਉਣਾ, ਪਰ ਅੰਦਰ ਤੇਰੇ ਵਿਸ਼ਿਆਂ ਵਿਕਾਰਾਂ ਤੇ ਠੱਗੀ ਦੀ ਬਿਰਤੀ ਦੀ ਕਾਲਖ ਭਰੀ ਹੋਈ ਹੈ। ਲੋਕਾਂ ਨੂੰ ਤੇਰਾ ਬਾਹਰਲਾ ਚਿਲਕਣਾਪਨ ਨਜ਼ਰ ਆ ਰਿਹਾ ਹੈ, ਤੇਰਾ ਉਜਵਲਪਨ ਨਜ਼ਰ ਆ ਰਿਹਾ ਹੈ, ਪਰ ਸਾਨੂੰ ਤੇਰੇ ਅੰਦਰ ਭਰੀ ਹੋਈ ਉਹ ਕਾਲਖ ਨਜ਼ਰ ਆ ਰਹੀ ਹੈ। ਤੂੰ ਉਸ ਕਾਲੀ ਸਿਆਹੀ ਨਾਲ, ਯਾਨੀ ਕਿ ਵਿਕਾਰਾਂ ਦੀ ਕਾਲੀ ਮੱਸ ਦੇ ਨਾਲ ਤੂੰ ਭਰਿਆ ਹੋਇਆ। ਬਾਹਰੋਂ ਇਹੋ ਜਿਹਾ ਧਰਮੀ ਲਿਬਾਸ ਧਾਰਨ ਕਰਕੇ ਤਾਂ ਅੰਦਰੋਂ ਧਰਮੀ ਨਹੀਂ ਹੋ ਜਾਣਾ। ਸੱਜਣ ਸੀ ਨਾਲ ਮੈਂ ਚਲਦਿਆਂ ਨਾਲ ਚਲਨ। ਸੱਜਣ, ਸੱਜਣ ਉਹੀ ਨੇ ਜਦੋਂ ਇਹ ਸੰਸਾਰ ਤੋਂ ਚੱਲਣਾ ਤੇ ਨਾਲ ਚੱਲਣ, ਉਹ ਨੇ ਤੇਰੇ ਕੀਤੇ ਕਰਮ। ਜੋ ਤੈਂ ਕਰ ਰਿਹਾ ਨਾ, ਇਹੀ ਸੱਜਣ ਬਣ ਕੇ ਤੇਰੇ ਨਾਲ ਚੱਲਣੇ ਨੇ, ਜਿਹੜੇ ਚੰਗੇ ਤੇ ਭਲੇ ਕਰਮ ਹਨ। ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਜੇ ਤੈਂ ਪੁੰਨ ਕਰਮ ਕੀਤੇ ਹੋਣਗੇ, ਚੰਗੇ ਕਰਮ ਕੀਤੇ ਹੋਣਗੇ, ਉਹ ਨਾਲ ਚੱਲਣਗੇ। ਜਦੋਂ ਲੇਖਾ ਮੰਗਿਆ ਜਾਏਗਾ ਨਾ ਤੇ ਉਦੋਂ ਕੋਲ ਖਲੋ ਕੇ ਉਹ ਪੁੰਨ ਕਰਮ ਗਵਾਹੀ ਭਰਨਗੇ ਵੀ ਇਹਨੇ ਨੇਕ ਕੰਮ ਕੀਤੇ, ਇਹਦਾ ਲੇਖਾ ਨਿਬੇੜ ਦਿਓ। ਜੇ ਕੀਤੇ ਹੋਣਗੇ ਤੇ ਗਵਾਹੀ ਭਰਨਗੇ ਨਾ, ਨਾਲ ਖੜੇ ਨਜ਼ਰ ਆਉਣਗੇ ਨਾ। ਜੇ ਕੀਤੇ ਨੇ ਤਾਂ ਹੈ ਨਾ, ਜੇ ਕੀਤੇ ਹੀ ਨਹੀਂ, ਸਾਰੀ ਜ਼ਿੰਦਗੀ ਤਾਂ ਜ਼ਿੰਦਗੀ ਮਾੜੇ ਭੈੜੇ ਕਰਮ ਕਰਦੇ ਬਤੀਤ ਕਰ ਦਿੱਤੀ ਆ, ਫਿਰ ਲੇਖੇ ਤੋਂ ਮੁਕਤੀ ਨਹੀਂ ਜੇ ਮਿਲਣੀ। ਜੇ ਪੁੰਨ ਕਰਮ ਕਰੇਗਾ ਤਾਂ ਉਹੀ ਨਾਲ ਖੜੇ ਦਿਸਣਗੇ ਜਿੱਥੇ ਲੇਖਾ ਮੰਗਿਆ ਜਾਂਦਾ ਹੈ। ਰਹਾਉ ਕੋਟੇ ਮੰਡਪ ਮਾੜੀਆਂ ਪਾਸੋ ਚਿਤ ਵੀ ਆਹ। ਪਾਤਸ਼ਾਹ ਹੁਣ ਦੂਜੀ ਉਦਾਹਰਣ ਦਿੰਦੇ, ਪਹਿਲਾਂ ਕਹਿ ਦੇ ਭਾਂਡੇ ਦੀ ਉਦਾਹਰਣ ਦਿੱਤੀ, ਹੁਣ ਮਹਾਰਾਜ ਜੀ ਕੋਠਿਆਂ ਦੀ, ਕੱਚੇ ਕੋਠੇ ਮੰਡਪ ਜਿਹੜੇ ਪੱਕੇ ਮਕਾਨ ਹੁੰਦੇ ਆ, ਪੱਕੇ ਮਕਾਨ ਹੋਣ, ਸੋਹਣੇ 2-2 ਮੰਜ਼ਲਾਂ ਵਾਲੇ ਮੜੀਆਂ ਚੁਬਾਰਿਆਂ ਸਮੇਤ ਮਕਾਨ ਹੋਣ, ਜਿਨ੍ਹਾਂ ਵਿੱਚ ਕਈ ਪ੍ਰਕਾਰ ਦੀਆਂ ਚਿਤ ਵਿਆਹ ਚਿੱਤਰਕਾਰੀਆਂ ਕੀਤੀਆਂ ਹੋਣ। ਢੱਠੀਆਂ ਕੰਮ ਨਾ ਆਵਨੀ ਵਿੱਚੋਂ ਸਖੜੀਆਂ। ਕਹਿੰਦੇ ਜੇ ਉਹ ਵਧੀਆ ਵਧੀਆ ਮਕਾਨ, ਕੋਠੇ, ਮੰਡਪ, ਮਾੜੀਆਂ ਜਿਨ੍ਹਾਂ 'ਚ ਚਿੱਤਰਕਾਰੀਆਂ ਕੀਤੀਆਂ ਹੋਈਆਂ, ਜੇ ਉਹਨਾਂ ਦੇ ਵਿੱਚ ਕੋਈ ਕਦੇ ਸਾਧੂ ਨਹੀਂ ਆਇਆ, ਕਦੇ ਕੋਈ ਨਾਮ ਜਪਣ ਵਾਲੀ ਗੁਰਮੁਖ ਰੂਹ ਦੀ ਉੱਥੇ ਕਦੇ ਕੋਈ ਸੇਵਾ ਟਹਿਲ ਨਹੀਂ ਹੋਈ, ਜੇ ਉਹ ਕਿਸੇ ਸਤਿਪੁਰਸ਼ ਦੇ ਕੰਮ ਨਹੀਂ ਆਈਆਂ, ਤਾਂ ਕਹਿੰਦੇ ਇਹੋ ਜੀਆਂ ਉਹ ਵਧੀਆ ਵਧੀਆ ਮਹਿਲ ਮਾੜੀਆਂ ਜਿਹੜੀਆਂ ਨੇ, ਮਹਾਰਾਜ ਜੀ ਕਹਿੰਦੇ ਉਹ ਢੱਠੀਆਂ ਦੇ ਬਰਾਬਰ ਨੇ, ਕਿਸੇ ਕੰਮ ਨਹੀਂ ਜੇ ਆਉਂਦੀਆਂ। ਜੇ ਉਹਨਾਂ 'ਚ ਕਦੇ ਸਾਧੂ ਦੀ ਸੇਵਾ ਨਹੀਂ ਹੋਈ, ਕਦੇ ਹਰੀ ਦੀ ਪੂਜਾ ਨਹੀਂ ਹੋਈ, ਸੋਹਣੇ ਘਰ ਵੀ ਕਿਉਂ ਨਾ ਹੋਣ, ਉਹ ਢੱਠਿਆਂ ਦੇ ਬਰਾਬਰ ਹੀ ਨੇ। ਮੰਨ ਲਓ ਖੰਡਰ ਹੀ ਨੇ, ਉਹ ਭਾਵੇਂ ਬੜੇ ਸੋਹਣੇ ਵੀ ਹੋਣ, ਪਰ ਉਹ ਖੰਡਰਾਂ ਦੇ ਬਰਾਬਰ ਹੀ ਨੇ। ਇਸੇ ਤਰ੍ਹਾਂ ਸੱਜਣ, ਬਾਹਰੋਂ ਤੂੰ ਵੇਖਣ ਨੂੰ ਬੜਾ ਸੋਹਣੇ ਮਕਾਨਾਂ ਵਾਂਗੂ ਵਧੀਆ ਜਿਹਾ ਨਜ਼ਰ ਆਉਣਾ, ਜੇ ਅੰਦਰ ਸ਼ੁਭ ਗੁਣ ਕੋਈ ਨਹੀਂ, ਭਲੇ ਕਰਮ ਕੋਈ ਨਹੀਂ, ਤੇ ਫਿਰ ਤੇਰਾ ਸਰੀਰ ਵੀ ਢੱਠਿਆਂ ਦੇ ਬਰਾਬਰ, ਮੁਰਦਿਆਂ ਦੇ ਬਰਾਬਰ ਹੀ ਹੈ।
ਇਹ ਮੁਰਦਿਆਂ ਦੇ ਮਨਿੰਦੀ ਹੈ। ਜੇ ਕਿਸੇ ਸਤਿਪੁਰਸ਼ ਦੀ ਸੇਵਾ ਵਿੱਚ ਕੰਮ ਨਹੀਂ ਆਇਆ, ਜੇ ਕਿਸੇ ਸਾਧੂ ਦੀ ਅਭਿਆਗਤ ਦੀ ਸੇਵਾ ਵਿੱਚ ਇਹ ਨਹੀਂ ਲੱਗਾ, ਤੇ ਫਿਰ ਇਹ ਤੇਰਾ ਸਰੀਰ ਰੂਪੀ ਮਹਿਲ, ਤੇਰਾ ਇਹ ਸਰੀਰ ਰੂਪੀ ਮੰਡਪ ਵੀ ਢੱਠਿਆਂ ਦੇ ਬਰਾਬਰ ਹੀ ਆ, ਖੰਡਰਾਂ ਦੇ ਬਰਾਬਰ ਹੀ ਹੈ। ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ। ਹੁਣ ਤੀਜੀ ਉਦਾਹਰਣ ਦਿੰਦੇ ਨੇ ਪਾਤਸ਼ਾਹ ਬਗਲੇ ਦੀ। ਪਾਤਸ਼ਾਹ ਕਹਿੰਦੇ ਜਿਵੇਂ ਕੋਈ ਬਗਲਾ ਹੁੰਦਾ ਨਾ ਤੇ ਉਹਦੇ ਬੱਗੇ ਕੱਪੜੇ ਹੁੰਦੇ ਬਾਹਰੋਂ, ਬੱਗੇ ਕੱਪੜੇ ਉਹਦੇ ਖੰਭ ਖੁੰਭ ਜੇ ਬਾਹਰੋਂ ਬੜੇ ਚਿੱਟੇ ਤੇ ਉਜਵਲ ਜੇ ਹੁੰਦੇ ਆ, ਤੇ ਵਸਦਾ ਵੀ ਉਹ ਤੀਰਥਾਂ ਦੇ ਕੰਢਿਆਂ ਤੇ ਹੈ। ਕਿਸੇ ਗੰਗਾ ਦੇ ਕਿਨਾਰੇ ਜਾ ਕੇ ਬਹਿ ਜਾਂਦਾ, ਕਿਸੇ ਸੋਹਣੇ ਦੇ ਤੀਰਥ ਦੇ ਕਿਨਾਰੇ ਜਾ ਕੇ ਬਹਿ ਜਾਂਦਾ। ਬਾਹਰੋਂ ਬਗਲੇ ਦੇ ਬੱਗੇ ਕੱਪੜੇ, ਚਿੱਟੀ ਉਹਦੀ ਪੁਸ਼ਾਕ, ਖੰਭ ਆਦਿਕ ਉਹਦੇ ਚਿੱਟੇ ਹਨ। ਕੁੱਟ ਕੁੱਟ ਜੀਆਂ ਖਾਵਣੇ ਬੱਗੇ ਨਾ ਕਈਨ। ਕਹਿੰਦੇ ਉਹ ਕੀ ਕਰਦਾ, ਉੱਥੇ ਡੱਡੀਆਂ ਤੇ ਮੱਛੀਆਂ ਦੀ ਹੱਤਿਆ ਕਰ ਕਰਕੇ ਉਹਨਾਂ ਦੇ ਗਲ ਘੁੱਟ ਘੁੱਟ ਕੇ ਖਾਂਦਾ। ਹੁਣ ਉਹ ਖਾਵੇ ਬਗਲਾ ਜਿਹੜਾ ਉੱਥੇ ਤੀਰਥਾਂ ਦੇ ਕੰਢੇ ਤੇ ਵਸ ਕੇ ਬਗਲਾ, ਡੱਡੀਆਂ ਤੇ ਮੱਛੀਆਂ, ਹੁਣ ਉਹਨੂੰ ਤੁਸੀਂ ਪਰਮਹੰਸ ਥੋੜੀ ਕਹਿ ਸਕਦੇ ਹੋ। ਫਿਰ ਉਹ ਪਰਮਹੰਸ ਤਾਂ ਨਹੀਂ ਹੋ ਜਾਂਦਾ ਜੇ ਉਹਨੇ ਕੱਪੜੇ ਚਿੱਟੇ ਪਾਏ ਨੇ, ਰਹਿੰਦਾ ਵੀ ਤੀਰਥਾਂ ਤੇ ਹੈ। ਮਹਾਰਾਜ ਕਹਿੰਦੇ ਸੱਜਣ ਤੂੰ ਬਗਲੇ ਵਾਂਗੂ ਹੈ, ਬਾਹਰੋਂ ਬੜੇ ਬੱਗੇ ਕੱਪੜੇ ਪਾਏ ਆ, ਤੈਂ ਵੀ ਬੜੇ ਉਜਵਲ ਧਾਰਮਿਕ ਲਿਬਾਸ, ਧਾਰਮਿਕ ਪੁਸ਼ਾਕਾਂ, 12 ਤਿਲਕ ਤੈਂ ਆਪਣੇ ਸਰੀਰ ਤੇ ਧਾਰਨ ਕੀਤੇ, ਵਸਦਾ ਵੀ ਧਰਮ ਸਥਾਨ ਤੇ ਪਿਆ, ਨਾਲ ਇੱਕ ਮੰਦਿਰ ਬਣਾਈ ਬੈਠਾ, ਇੱਕ ਮਸਜਿਦ ਵੀ ਬਣਾਈ ਬੈਠਾ, ਪਰ ਇੱਥੇ ਰਹਿ ਕੇ ਵੀ ਤੂੰ ਜੀਵਾਂ ਦੇ ਗਲੇ ਘੁੱਟ ਘੁੱਟ ਕੇ ਉਹਨਾਂ ਨੂੰ ਖਾ ਰਿਹਾ, ਤੇ ਤੂੰ ਪਰਮਹੰਸ ਨਹੀਂ ਹੋ ਸਕਦਾ। ਬੱਗੇ ਨਾ ਕਹੀ ਜਾਣ, ਇੱਥੇ ਬੱਗੇ ਦਾ ਮਤਲਬ ਦੂਜਾ ਸ਼ਬਦ ਜਿਹੜਾ ਇੱਥੇ ਬੱਗੇ ਆਇਆ, ਇਹਦਾ ਮਤਲਬ ਹੈ ਪਰਮਹੰਸ। ਕਹਿੰਦੇ ਸਭ ਕੁਝ ਕਰਤੂਤਾਂ ਕਰਕੇ ਤੂੰ ਪਰਮਹੰਸ ਨਹੀਂ ਸਦਾ ਸਕਦਾ, ਤੂੰ ਸਾਧੂ ਜਾਂ ਸੰਤ ਨਹੀਂ ਕਹਾ ਸਕਦਾ। ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਨ। ਕਹਿੰਦੇ ਜਿਵੇਂ ਸਿਮਲ ਦਾ ਬੂਟਾ ਹੁੰਦਾ ਨਾ, ਸਿੰਬਲ ਦੇ ਬੂਟੇ ਨੂੰ ਵੇਖ ਕੇ ਤੋਤੇ ਆਉਂਦੇ ਆ ਤੇ ਆ ਕੇ ਮੂੰਹ ਮਾਰਦੇ ਵੀ ਇਹ ਫਲ ਖਾਣ ਦੇ ਕੰਮ ਆਉਣਗੇ। ਹੁਣ ਸਿੰਬਲ ਦੇ ਬੂਟੇ ਨੂੰ ਲੱਗੇ ਹੋਏ ਫੁੱਲ ਤੇ ਫਲ ਕਿਸੇ ਕੰਮ ਨਹੀਂ ਆਉਂਦੇ। ਸਿੰਬਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ। ਫਲ ਫਿੱਕੇ ਫੁੱਲ ਬੱਕ ਬੱਕੇ, ਕੰਮ ਨਾ ਆਵੇ ਪਤ ਮਿੱਠਤ ਨੀਵੀਂ, ਨਾਨਕਾ ਗੁਣ ਚੰਗਿਆਈਆਂ ਤਤ। ਉਹ ਸਿੰਬਲ ਦਾ ਬੂਟਾ ਜਿਹਨੂੰ ਵੇਖ ਕੇ ਪੰਛੀ ਆਉਂਦੇ ਆ, ਉਹ ਖਾਣਾ ਚਾਹੁੰਦੇ ਆ, ਫਲ ਵੀ ਬੜੇ ਵਧੀਆ, ਪਰ ਉਹ ਕੰਮ ਨਹੀਂ ਜੇ ਆਉਂਦੇ, ਫਿੱਕੇ ਤੇ ਬੱਕ ਬੱਕੇ, ਉਹਨਾਂ ਨੂੰ ਨਿਰਾਸ਼ ਹੋ ਕੇ ਉੱਥੋਂ ਪਰਤਣਾ ਪੈਂਦਾ। ਪਾਤਸ਼ਾਹ ਕਹਿੰਦੇ ਐ ਸੱਜਣ ਤੂੰ ਸਿੰਬਲ ਦੇ ਬੂਟੇ ਵਾਂਗੂ ਉੱਚਾ ਸੁੱਚਾ ਜਿਹਾ ਬਾਹਰੋਂ ਨਜ਼ਰ ਆਉਣਾ, ਧਾਰਮਿਕ ਲਿਬਾਸ ਆ ਤੇਰਾ। ਚੌਥੀ ਉਦਾਹਰਣ ਦੇ ਰਹੇ ਨੇ, 3 ਉਦਾਹਰਣਾਂ ਪਿੱਛੇ ਦੇ ਆਏ ਨੇ, ਕਹਿੰਦੇ ਭਾਂਡੇ ਦੀ, ਬਗਲੇ ਦੀ ਤੇ ਮਹਿਲ ਮਾੜੀਆਂ ਦੀ। ਹੁਣ ਚੌਥੀ ਉਦਾਹਰਣ ਦਿੰਦੇ ਐ ਸਿੰਬਲ ਦੇ ਦਰਖਤ ਦੀ। ਕਹਿੰਦੇ ਸਿੰਬਲ ਦੇ ਬੂਟੇ ਵਾਂਗੂ ਉੱਚਾ, ਮੈਂ ਉਹਦੇ ਵਰਗਾ, ਤੂੰ ਉਹਦੇ ਮਈ ਸਮਾਨ ਸਰੀਖਾ ਨਜ਼ਰ ਆਉਣਾ। ਮੈਂ ਜਨ, ਮੇਰੇ ਵਰਗੇ ਜਨ ਵੇਖ ਕੇ ਭੁੱਲ ਕੇ ਆ ਗਏ, ਯਾਨੀ ਕਿ ਭਾਈ ਸਜਾਦਾ ਆ ਗਿਆ ਵੀ ਧਰਮੀ ਬੰਦਾ, ਇਹਦੇ ਕੋਲ ਬਹਿ ਕੇ 2 ਪ੍ਰਸ਼ਾਦੇ ਛਕਾਂਗੇ, ਛਕਾਏਗਾ ਹੀ। ਇਹ 2 ਪਾਠ ਮਹਾਂਪੁਰਸ਼ ਕਰਾਉਂਦੇ ਐ। ਮੈਜਨ ਪਾਠ ਇਕੱਠਾ ਵੀ ਹੈ, ਜਦੋਂ ਇਕੱਠਾ ਕਰਾਂਗੇ ਮੈਜਨ ਫਿਰ ਅਰਥ ਹੋਵੇਗਾ ਤੋਤਾ, ਵੀ ਤੋਤੇ ਭੁੱਲ ਕੇ ਆ ਜਾਂਦੇ ਆ ਸਿੰਬਲ ਦੇ ਬੂਟੇ ਤੇ। ਮੁੱਖ ਪਾਠ ਮਹਾਂਪੁਰਸ਼ਾਂ ਨੇ ਸੰਪਰਦਾਵਾਂ ਵਿੱਚ ਟਕਸਾਲਾਂ 'ਚ ਇਹ ਕਰਾਇਆ, ਮੈਂ ਜਨ, ਕਿ ਮੇਰੇ ਵਰਗੇ ਜਨ ਉਹ ਵੇਖ ਕੇ ਭੁੱਲ ਗਏ, ਉਹ ਆ ਗਏ ਤੇਰੇ ਕੋਲ ਵੀ 2 ਪ੍ਰਸ਼ਾਦੇ ਛਕਾਏਗਾ, ਪਰ ਅੱਗੋਂ ਕੀ ਮਿਲਿਆ? ਅੱਗੋਂ ਫਲ ਫਿੱਕੇ ਸੀ, ਫੁੱਲ ਬੱਕ ਬੱਕੇ ਸੀ, ਯਾਨੀ ਕਿ ਕੁਝ ਵੀ ਹਾਸਲ ਨਹੀਂ ਹੋਇਆ। ਤੇਰਾ ਕੇਵਲ ਲਿਬਾਸ ਹੀ ਧਰਮੀ ਸੀ। ਸੇ ਫਲ ਕੰਮ ਨ ਆਵਨੀ ਤੇ ਗੁਣ ਮੈਂ ਤਨ ਹਨ। ਪਾਤਸ਼ਾਹ ਕਹਿੰਦੇ ਉਹ ਫਲ ਕਿਸੇ ਕੰਮ ਨਹੀਂ ਆਏ, ਤੇਰੇ ਸਰੀਰ ਦੇ ਵਿੱਚ ਉਹ ਸਿੰਬਲ ਦੇ ਬੂਟੇ ਵਾਂਗੂ ਹੀ ਔਗਣ ਭਰੇ ਹੋਏ ਹਨ। ਅੰਦਲੇ ਭਾਰੇ ਉਠਾਇਆ ਡੂਗਰ ਵਾਟ ਬਹੁਤ। ਪਾਤਸ਼ਾਹ ਕਹਿੰਦੇ ਸੱਜਣ ਇੱਕ ਤਾਂ ਅੱਖਾਂ ਤੋਂ ਅੰਨਾ, ਦੂਜਾ ਸਿਰ ਤੇ ਪੰਡ ਬੜੀ ਵੱਡੀ ਚੁੱਕ ਲਈ, ਤੇ ਤੀਜਾ ਰਾਹ ਵੀ ਪਹਾੜਾਂ ਦਾ।
ਦੱਸ ਵੀ ਹੁਣ ਕਿਵੇਂ ਜਾਏਗਾ। ਪਹਿਲਾ ਅੰਨਾ, ਦੂਜਾ ਪੰਡ ਬੜੀ ਵੱਡੀ ਚੁੱਕ ਲਈ ਸਿਰ ਤੇ ਭਾਰ ਦੀ, ਤੀਜਾ ਡੂਗਰ ਰਸਤਾ ਪਹਾੜੀ ਰਾਹ, ਹੁਣ ਉਸ ਪਹਾੜੀ ਰਾਹ ਤੇ ਦੱਸੋ ਸੱਜਣਾ ਕਿਵੇਂ ਜਾਏਗਾ। ਇੱਕ ਤਾਂ ਨੇਤਰਾਂ ਤੋਂ ਅੰਨਾ, ਅਗਿਆਨਤਾ ਕਰਕੇ ਅੰਨਾ, ਦੂਜਾ ਸਿਰ ਦੇ ਉੱਤੇ ਪਾਪਾਂ ਦੀ ਪੰਡ ਭਾਰੀ ਕਰਕੇ ਚੁੱਕੀ ਜਾਣਾ, ਤੇ ਤੀਜਾ ਜਿਹੜਾ ਰਾਹ ਹੈ ਨਾ ਉਹ ਜੰਮਾਂ ਦਾ ਪਹਾੜੀ ਰਾਹ ਬੜਾ ਭਿਆਨਕ ਹੈ। ਜਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਜਹ ਔਖਦ ਗਲੀਆਂ ਭੀੜੀਆਂ, ਬੜਾ ਔਖਾ ਰਾਹ, ਡੂਗਰ ਰਾਹ, ਪਹਾੜੀ ਰਾਹ। ਦੱਸੋ ਸੱਜਣਾ ਉਸ ਰਾਹ ਤੇ ਕਿਵੇਂ ਟੁਰੇਗਾ ਏਡੀ ਵੱਡੀ ਪੰਡ ਚੁੱਕ ਕੇ, ਪਾਪਾਂ ਦੀ ਪੰਡ ਸਿਰ ਤੇ ਧਰ ਲਈ ਹੈ, ਕਿਵੇਂ ਜਾਏਗਾ, ਕਿਵੇਂ ਚੱਲੇਗਾ। ਇਹਨਾਂ ਪਾਪਾਂ ਤੈਨੂੰ ਟੁਰਨ ਨਹੀਂ ਦੇਣਾ। ਇੱਕ ਤਾਂ ਨੇਤਰਾਂ ਤੋਂ ਅੰਨੇ ਨੂੰ ਉਦਾਂ ਟੁਰਨਾ ਔਖਾ, ਅਗਿਆਨਤਾ ਦੇ ਹਨੇਰੇ 'ਚ ਟੱਕਰਾਂ ਤਾਂ ਪਹਿਲਾਂ ਹੀ ਮਾਰੀ ਜਾਂਦਾ, ਦੂਜਾ ਪਾਪ ਕਰ ਕਰਕੇ ਲੋਕਾਂ ਨੂੰ ਠੱਗ ਕੇ ਉਹਨਾਂ ਦੇ ਗਲੇ ਵੱਢ ਕੇ ਮਾਰ ਦਿੰਨਾ, ਠੱਗੀਆਂ ਕਰਕੇ ਉਹਨਾਂ ਕੋਲੋਂ ਖੋਹ ਲੈਣਾ। ਇਹ ਪਾਪਾਂ ਦੀ ਪੰਡ ਦਾ ਭਾਰ ਸਿਰ ਤੇ ਚੁੱਕਦਾ, ਬੜਾ ਲੰਮਾ ਪੈਂਡਾ ਸੱਜਣਾ ਜਿਸ ਰਾਹ ਤੇ ਤੈਂ ਜਾਣਾ ਹੈ। ਸੁਚੇਤ ਹੋ ਜਾ, ਸਾਵਧਾਨ ਹੋ ਜਾ, ਜਿਸ ਰਾਹ ਤੇ ਜਾਣਾ ਹੈ। ਅੱਖੀ ਲੋੜੀ ਨਾ ਲਹਾ, ਹਉ ਚੜ ਲੰਗਾ ਕਿਤ। ਕਹਿੰਦੇ ਇੱਕ ਤੇ ਅੱਖਾਂ ਕੋਈ ਨਹੀਂ, ਅੱਖਾਂ ਨਹੀਂ ਪਈਆਂ ਲੱਭਦੀਆਂ ਵੀ ਕਿਹੜੀਆਂ ਅੱਖਾਂ ਧਾਰਨ ਕਰਾਂ ਤੇ ਮੈਂ ਇਸ ਪਹਾੜ ਤੋਂ ਲੰਘ ਕੇ ਪਾਰ ਜਾਵਾਂ। ਕਹਿੰਦੇ ਕਿਵੇਂ ਜਾਵਾਂ, ਇੱਕ ਤਾਂ ਅੱਖਾਂ ਨਹੀਂ ਲੱਭਦੀਆਂ, ਪੁੰਨ ਕਰਮਾਂ ਰੂਪੀ ਅੱਖਾਂ ਨਹੀਂ ਹਨ, ਪੁੰਨ ਕਰਮਾਂ ਰੂਪੀ ਅੱਖਾਂ ਨਹੀਂ ਹਨ, ਔਰ ਗਿਆਨ ਰੂਪੀ ਪੈਰ ਨਹੀਂ ਹਨ। ਕਿਵੇਂ ਜਾਈਏ ਚੱਲ ਕੇ, ਕਿਵੇਂ ਲੰਘ ਕੇ ਇਸ ਪਹਾੜ ਤੋਂ ਲੰਘੀਏ, ਪਾਰ ਉਤਰੀਏ ਸੰਸਾਰ ਸਮੁੰਦਰ ਰੂਪੀ ਪਹਾੜ ਤੋਂ। ਚਾਕਰੀਆਂ ਚੰਗਿਆਈਆਂ ਔਰ ਸਿਆਣਪਾਂ ਕਿਤ। ਬੰਦਾ ਬੜੀਆਂ ਚਤਰਾਈਆਂ ਕਰਦਾ, ਬੜੀਆਂ ਚਲਾਕੀਆਂ ਕਰਦਾ। ਮਹਾਰਾਜ ਜੀ ਕਹਿੰਦੇ ਰੱਬ ਦੇ ਘਰ ਵਿੱਚ ਨਾ ਉੱਥੇ ਸਿਆਣਪਾਂ ਨਹੀਂ ਚੱਲਣੀਆਂ, ਚਤਰਾਈਆਂ ਨਹੀਂ ਚੱਲਣੀਆਂ, ਉੱਥੇ ਤਾਂ ਭਾਈ ਚੰਗਿਆਈਆਂ ਜਿਹੜੀਆਂ ਚੰਗੇ ਕਰਮ ਕੀਤੇ ਆ ਉਹ ਨਾਲ ਨਿਭਣੇ ਹਨ। ਹੋਰ ਸਿਆਣਪਾਂ ਨਹੀਂ ਉੱਥੇ ਕੰਮ ਆਉਣੀਆਂ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਉੱਥੇ ਸਿਆਣਪਾਂ ਤੇ ਚਤਰਾਈਆਂ ਨਾਲ ਨਹੀਂ ਚੱਲਣੀਆਂ। ਇਹ ਸਿਆਣਪਾਂ ਚਤਰਾਈਆਂ ਇੱਥੇ ਧਰੀਆਂ ਦੀਆਂ ਧਰੀਆਂ ਰਹਿ ਜਾਣੀਆਂ ਹਨ। ਨਿਰੰਕਾਰ ਦੇ ਘਰ ਦੇ ਵਿੱਚ ਤਾਂ ਚੰਗੇ ਕਰਮ ਨੇ ਚੰਗਿਆਈਆਂ ਦੇ, ਉਹ ਜੇ ਨਾਲ ਬੰਨੇਗਾ ਖਰਚ ਬੰਨ ਚੰਗਿਆਈਆਂ। ਮਤ ਮਨ ਜਾਣਾ ਕੱਲ, ਨਿਰੰਕਾਰ ਕੈ ਦੇਸ ਜਾਏ ਤਾਂ ਸੁਖ ਲਹੈ ਮਹੱਲ। ਜੇ ਚੰਗਿਆਈਆਂ ਦਾ ਖਰਚ ਪੱਲੇ ਬੰਨੇਗਾ ਤਾਂ ਉਹ ਨਿਰੰਕਾਰ ਦੇ ਘਰ ਵਿੱਚ ਕੰਮ ਆਉਣਗੀਆਂ। ਨਾਨਕ ਨਾਮ ਸਮਾਲ ਤੋਂ ਬੱਦਾ ਛੁੱਟੇ ਜਿਤ। ਪਾਤਸ਼ਾਹ ਕਹਿੰਦੇ ਹਾਲੇ ਵੀ ਵੇਲਾ ਸੱਜਣਾ, ਜੇ ਤੂੰ ਪਰਮੇਸ਼ਰ ਦਾ ਨਾਮ ਸੰਭਾਲ ਲਵੇਂ, ਅਕਾਲ ਪੁਰਖ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਤੇ ਆਸਰਾ ਬਣਾ ਲਵੇਂ, ਤਾਂ ਤੂੰ ਬੰਨਿਆ ਹੋਇਆ ਛੁੱਟ ਸਕਦਾ ਹੈ, ਨਹੀਂ ਤਾਂ ਔਖਾ ਹੈ। ਤੂੰ ਬੰਨਿਆ ਹੋਇਆ ਤਾਂ ਛੁੱਟ ਸਕਦਾ ਜੇ ਤੂੰ ਨਿਰੰਕਾਰ ਪਰਮੇਸ਼ਰ ਦੇ ਸੱਚੇ ਨਾਮ ਨੂੰ ਆਪਣੇ ਹਿਰਦੇ 'ਚ ਸੰਭਾਲੇ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਪਾਤਸ਼ਾਹ ਕਹਿੰਦੇ ਐਸੇ ਅੰਮ੍ਰਿਤ ਨਾਮ ਨੂੰ ਸੰਭਾਲ ਤਾਂ ਤੂੰ ਬੰਨਿਆ ਹੋਇਆ ਛੁੱਟ ਸਕਦਾ ਹੈ। ਚੌਪਈ ਦੁਰਮਤ ਤੂੰ ਕਲ ਮਲ ਕੀ ਖਾਨ। ਪਾਤਸ਼ਾਹ ਕਹਿੰਦੇ ਹੈ ਦੁਰਮਤੀਏ, ਸੱਜਣ ਨੂੰ ਕਹਿੰਦੇ ਸੰਬੋਧਨ ਕਰਕੇ, ਉਹ ਖੋਟੀ ਮੱਤ ਵਾਲਿਆ, ਤੂੰ ਪਾਪਾਂ ਦੀ ਖਾਨ ਬਣਿਆ ਬੈਠਾ। ਖਾਨ ਜਿਵੇਂ ਹੀਰਿਆਂ ਦੀ ਖਾਨ ਹੁੰਦੀ, ਉਹਦੇ ਚ ਹੀਰੇ ਨਿਕਲੀ ਜਾਂਦੇ ਆ ਨਾ,
ਤੂੰ ਪਾਪਾਂ ਦੀ ਖਾਣ ਬਣਿਆ। ਇੱਕ ਪਾਪ ਪੁੱਟੋ ਤੇਰੇ ਚੋਂ ਦੂਜਾ ਨਿਕਲੇਗਾ, ਫਿਰ ਤੀਜਾ ਨਿਕਲੇਗਾ। ਤੂੰ ਪਾਪਾਂ ਦੀ ਖਾਣ ਬਣਿਆ ਬੈਠਾ ਹੈ। ਬਨਿਓ ਵੈਸ਼ਨੋ ਬੀਕ ਮਹਾਨ। ਬਾਹਰੋਂ ਵੈਸ਼ਨਵ ਬਣਿਆ ਤੇ ਬਾਹਰੋਂ ਵੈਸ਼ਨਵ ਹੋਣ ਦਾ ਭੇਖ ਧਾਰਨ ਕੀਤਾ ਹੋਇਆ। ਪਾਰ ਸੁਦਾ ਬੀਚ ਬਿਕ ਪੂਰੀ। ਉਹ ਬਾਹਰੋਂ ਅੰਮ੍ਰਿਤ ਵਾਂਗੂ ਨਜ਼ਰ ਆਉਣਾ, ਅੰਦਰ ਜ਼ਹਿਰ ਭਰਿਆ ਹੋਇਆ ਤੇਰੇ। ਬਾਹਰੋਂ ਅੰਮ੍ਰਿਤ ਤੇ ਅੰਦਰੋਂ ਜ਼ਹਿਰ ਨਾਲ ਭਰਿਆ ਹੋਇਆ। ਕਹਿ ਕਹਿ ਜਮ ਦੇਵੇਂ ਦੁੱਖ ਪੂਰੀ। ਜਦੋਂ ਜੰਮਾਂ ਦੇ ਵਸ ਆਇਆ ਨਾ ਤੇ ਫੜ ਕੇ ਤੈਨੂੰ ਤੇਰੇ ਨਾਲ ਕਰਮਾਂ ਦਾ ਬੜਾ ਭਿਆਨਕ ਦੁੱਖ ਦੇਣਗੇ, ਤੈਨੂੰ ਭਿਆਨਕ ਤਾੜਨਾ ਕਰਨਗੇ ਤੈਨੂੰ। ਜਬ ਜੰਜੀਰ ਤੋਏ ਗਰ ਪਾਵੇਂ। ਜਦੋਂ ਤੇਰੇ ਗਲ ਉਹਨਾਂ ਨੇ ਜੰਜੀਰਾਂ ਪਾਈਆਂ, ਤੇਰੇ ਗਲ 'ਚ ਸੰਗਲ ਪਾਏ ਮੋਟੇ। ਹੋਏ ਸ਼ਾਸਨਾ ਕੌਣ ਛੁਟਾਵੇਂ। ਤੇ ਜਦੋਂ ਜੰਮ ਸਜ਼ਾ ਦੇਣਗੇ ਸੱਜਣ ਤੈਨੂੰ, ਦੱਸੋ ਤੈਨੂੰ ਕੌਣ ਛਡਾਵੇਗਾ ਉੱਥੇ? ਕਿਹੜੇ ਤਾਂ ਚੰਗੇ ਕਰਮ ਕੀਤੇ ਨੇ ਜਿਹੜੇ ਗਵਾਹੀ ਭਰਨਗੇ ਤੇਰੇ ਨਾਲ ਖਲੋ ਕੇ? ਕੌਣ ਛਡਾਵੇਗਾ ਤੈਨੂੰ ਜਦੋਂ ਸ਼ਾਸਨਾ ਸਜ਼ਾ ਤੈਨੂੰ ਦੇਣਗੇ? ਦੁਸ਼ਟ ਕਰਤ ਤਨ ਜੋ ਇੱਕ ਥਾਏ। ਆ ਜਿਹੜੀ ਦੁਸ਼ਟਤਾਈ ਦੀ ਬਿਰਤੀ ਕਰਕੇ ਤੂੰ ਇੱਕ ਜਗ੍ਹਾ ਤੇ ਧਨ ਇਕੱਠਾ ਕਰ ਰਿਹਾ ਹੈ। ਆਜ ਨ ਆਵੇਂ ਜਬ ਬਿਲ ਲਾਏ। ਜਦੋਂ ਉੱਥੇ ਹਾਏ ਦੁਹਾਈ ਪਾਵੇਂਗਾ, ਵਿਰਲਾਪ ਕਰੇਗਾ, ਇਹ ਤੇਰੇ ਵਿੱਚੋਂ ਤੇਰਾ ਇਕੱਠਾ ਕੀਤਾ ਧਨ ਕੰਮ ਨਹੀਂ ਜੇ ਆਉਣਾ। ਇਹ ਤੇਰੇ ਕਿਸੇ ਕੰਮ ਨਹੀਂ ਆਉਣਾ। ਸਿੰਚਾ ਦਰਬ ਦੇਹ ਦੁੱਖ ਲੋਗ। ਪਾਤਸ਼ਾਹ ਕਹਿੰਦੇ ਲੋਕਾਂ ਨੂੰ ਦੁੱਖ ਦੇ ਕੇ ਜਿਹੜਾ ਧਨ ਇਕੱਠਾ ਕਰ ਰਿਹਾ ਹੈ, ਇਹ ਭਾਈ ਤੇਰੇ ਕਿਸੇ ਕੰਮ ਨਹੀਂ ਆਉਣਾ। ਸੁਤ ਬਨਤਾ ਸਰਬੰਦੀ ਜੋਏ। ਤੇਰੇ ਪੁੱਤਰ, ਘਰ ਵਾਲੀ, ਸਰਬੰਧੀ, ਰਿਸ਼ਤੇਦਾਰ ਜਿੰਨੇ ਵੀ ਹੈਣ, ਕੋਈ ਨਾ ਤੋਏ ਸਹਾਈ ਹੋਏ। ਕਿਸੇ ਤੇਰਾ ਸਹਾਈ ਨਹੀਂ ਹੋਣਾ। ਕਥਾ ਤੋਂ ਪਹਿਲਾਂ ਰਾਗੀ ਸਿੰਘ ਜੀ ਪ੍ਰਮਾਣ ਦੇ ਕੇ ਕੀਰਤਨ ਦਾ ਸ਼ਬਦ ਸੋਹਣਾ ਗਾ ਕੇ ਗਏ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੰਮ੍ਰਿਤ ਬਚਨ, ਪਾਤਸ਼ਾਹ ਦੇ ਬਚਨ ਨੇ, ਤੋ ਤਨ ਤਿਆਗਤ ਹੀ ਹੈ ਜੜ, ਪ੍ਰੇਤ ਬਖਾਨ ਤ੍ਰਿਆ ਭਜ ਜੈ ਹੈ। ਤੇਰੇ ਇਸ ਤਨ ਨੂੰ ਤਿਆਗਦਿਆਂ ਸਾਰ, ਓ ਮੂਰਖਾ, ਸਭ ਤੋਂ ਪਹਿਲਾਂ ਤੇਰੀ ਘਰ ਵਾਲੀ ਤੈਨੂੰ ਪ੍ਰੇਤ ਕਹਿ ਕੇ ਭੱਜ ਕੇ ਜਾਵੇਗੀ। ਮੁੜ ਕੇ ਪੁੱਤਰ, ਧੀਆਂ, ਸਾਖ ਸਰਬੰਧੀ, ਮਿੱਤਰ ਸਭ ਖਲੋਤੇ ਤੇਰੇ ਸਰਾਣੇ ਆਖਣਗੇ, ਬੇਗ ਨਕਾਰੋ ਆਇਸ ਦਹਿ ਹੈ। ਛੇਤੀ ਕੱਢੋ ਬਈ, ਛੇਤੀ ਹਨੇਰਾ ਪੈ ਚੱਲਿਆ। ਕਿਹਨਾਂ ਪਿੱਛੇ ਤਾਂ ਪਾਪ ਕਰਦਾ ਹੈ, ਕਿਹਨਾਂ ਪਿੱਛੇ ਤੂੰ ਮਾੜੇ ਭੈੜੇ ਕਰਮਾਂ 'ਚ ਪ੍ਰਵਿਰਤ ਹੋ ਰਿਹਾ। ਇਹਨਾਂ ਵਿੱਚੋਂ ਕਿਸੇ ਤੇਰਾ ਸਹਾਈ ਨਹੀਂ ਹੋਣਾ। ਪਾਵੇਂ ਪੀਰ ਪਰਿਓ ਚਿਰ ਕਾਲਾ। ਨਰਕਾਂ ਦੀ ਘੋਰ ਅਗਨੀ 'ਚ ਪਿਆ ਚਿਰੰਕਾਲ ਤੱਕ ਦੁੱਖ ਭੋਗੇਗਾ। ਫਲ ਪਾਪਨ ਕੋਏ ਬਿਸਾਲਾ। ਕਿਉਂਕਿ ਇਹਨਾਂ ਪਾਪ ਕਰਮਾਂ ਦਾ ਫਲ ਬੜਾ ਭਿਆਨਕ ਪ੍ਰਾਪਤ ਹੁੰਦਾ ਹੈ। ਬੜਾ ਸੁੰਦਰ ਕਥਨ ਹੈ। ਉਹ ਕਹਿੰਦੇ ਜਿਵੇਂ ਕਿਸੇ ਦਰਖਤ ਨੂੰ ਫੁੱਲ ਤੇ ਫਲ ਬਿਨਾਂ ਕਿਸੇ ਪ੍ਰੇਰਨਾ ਤੋਂ ਆਪਣੇ ਆਪ ਹੀ ਆ ਲੱਗਦੇ ਆ। ਦਰਖਤ ਨੂੰ ਕੋਈ ਪ੍ਰੇਰਨਾ ਤਾਂ ਨਹੀਂ ਕਰਨੀ ਪੈਂਦੀ ਵੀ ਉਹਨੂੰ ਫੁੱਲ ਲੱਗਣ ਜਾਂ ਫਲ ਲੱਗਣ। ਬਿਨਾਂ ਕਿਸੇ ਪ੍ਰੇਰਨਾ ਤੋਂ ਆਪਣੇ ਆਪ ਹੀ ਲੱਗਦੇ ਆ ਨਾ ਫੁੱਲ ਤੇ ਫਲ। ਕਹਿੰਦੇ ਇਸੇ ਤਰ੍ਹਾਂ ਸੱਜਣਾ, ਤੇਰੇ ਕੀਤੇ ਹੋਏ ਪਾਪ ਤੇ ਪੁੰਨ ਕਰਮਾਂ ਦਾ ਫਲ ਤੈਨੂੰ ਆਪਣੇ ਆਪ ਸੁਤੇ ਸਿੱਧੀ ਆਣ ਮਿਲਦਾ ਚਲਿਆ ਜਾਣਾ ਹੈ। ਉਹਨਾਂ ਨੂੰ ਪ੍ਰੇਰਨਾ ਨਹੀਂ ਕਰਨੀ ਪੈਂਦੀ। ਤੇਰੇ ਆਪਣੇ ਕੀਤੇ ਕਰਮਾਂ ਦਾ, ਪਾਪ ਪੁੰਨਾਂ ਦਾ ਫਲ ਤੈਨੂੰ ਪ੍ਰਾਪਤ ਹੁੰਦਾ ਚਲਿਆ ਜਾਣਾ ਹੈ। ਇਹ ਪਾਪ ਕਰਮ ਜੋ ਤੂੰ ਕਰ ਰਿਹਾ, ਇਹਨਾਂ ਦਾ ਦੁੱਖ ਬੜਾ ਭਿਆਨਕ ਹੈ। ਦਰਸ਼ਨ ਕਰ ਸੁਨ ਬਚਨ ਪਿਆਨੇ। ਜਦੋਂ ਸੱਜਣ ਠੱਗ ਨੇ ਸਾਹਿਬ ਦੇ ਦਰਸ਼ਨ ਕੀਤੇ, ਪਾਤਸ਼ਾਹ ਦੇ ਬਚਨ ਸੁਣੇ ਤੇ ਡਰ ਗਿਆ, ਭੈ ਭੀਤ ਹੋ ਗਿਆ। ਮਨ ਸੱਜਣ ਪੈ ਭਇਓ ਮਾਨੇ। ਮਨ 'ਚ ਨਿਰਮਲ ਭੈ ਸਤਿਗੁਰਾਂ ਦਾ ਜਾਗ ਪਿਆ। ਓਏ ਅਧੀਨ ਪਾਇਨ ਲਪਟਾਇਓ। ਸੱਜਣ ਹੁਣ ਭਾਈ ਸੱਜਣ ਹੋ ਗਿਆ, ਹੁਣ ਠੱਗ ਨਹੀਂ ਰਿਹਾ। ਦੀਨ ਹੋ ਕੇ ਸਤਿਗੁਰਾਂ ਦੇ ਚਰਨਾਂ ਤੇ ਲਪਟ ਗਿਆ। ਹੱਥ ਜੋੜ ਕਰ ਬਚਨ ਅਲਾਇਓ। ਹੱਥ ਜੋੜ ਕੇ ਭਾਈ ਸੱਜਣ ਜੀ ਬੋਲੇ, ਮਹਾਰਾਜ ਜੀ ਨੂੰ ਕਹਿਣ ਲੱਗੇ, ਮਲ ਮਲ ਕੀਨੇ ਮੈਂ ਅਤ ਭਾਰੀ। ਏ ਗਰੀਬ ਨਵਾਜ ਦਇਆਨੰਦ ਸੁਆਮੀ, ਮੈਂ ਬੜੇ ਹੀ ਕਲਮਲ ਕੀਤੇ ਹਨ। ਮੈਂ ਬੜੇ ਪਾਪ ਕਰਮ ਕੀਤੇ ਨੇ ਆਪਣੇ ਜੀਵਨ ਵਿੱਚ। ਅਬ ਰਾਖੋ ਹੋ ਸ਼ਰਨ ਤੁਮਾਰੀ। ਏ ਪ੍ਰਭੂ ਹੁਣ ਰੱਖ ਲੋ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਆਪ ਜੀ ਦੀ ਪਨਾਹ ਵਿੱਚ ਹਾਂ। ਮਹਾਰਾਜ ਜੀ ਕਿਰਪਾ ਕਰੋ, ਰਾਖ ਲਿਓ ਹਮ ਤੇ ਬਿਗਰੀ। ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਪਗਰੀ।
ਮਹਾਰਾਜ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ, ਰੱਖ ਲਓ ਮੈਂ ਬੜੇ ਵਿਗਾੜ ਕੀਤੇ ਹਨ। ਸੰਤ ਬਿਰਧ ਸਦ ਹੀ ਉਪਕਾਰੀ, ਆਪ ਜੈਸੇ ਸੰਤਾਂ ਦਾ ਬਿਰਧ ਸਦਾ ਪਰਉਪਕਾਰੀ ਹੁੰਦਾ ਮਹਾਰਾਜ ਜੀ। ਰਾਵਰ ਮਿਲਤ ਭਈ ਸੁਧ ਸਾਰੀ, ਤੁਹਾਨੂੰ ਮਿਲ ਕੇ ਮੈਨੂੰ ਸਾਰੀ ਸੁੱਧ ਹੋ ਗਈ ਹੈ, ਸਾਰੀ ਸਮਝ ਆ ਗਈ ਹੈ। ਗੁਰ ਕੈ ਪਾਪ ਕਰਨ ਤਜ ਦੇਈ, ਪਾਤਸ਼ਾਹ ਕਹਿੰਦੇ ਆ ਸੱਜਣ ਹੁਣ ਠੱਗ ਨਾ ਰਹੀ, ਹੁਣ ਸੱਜਣ ਹੋ ਜਾ, ਸੱਜਣਾ ਵਾਲੇ ਕਰਮ ਕਰ ਤੇ ਪਾਪ ਛੱਡ ਦੇ। ਤੋ ਕਰੁਣਾ ਕਰ ਤਾਰ ਕਰੇ, ਜਦੋਂ ਪਾਪ ਕਰਮ ਛੱਡੇਗਾ ਫਿਰ ਨਿਰੰਕਾਰ ਤੇਰੇ ਤੇ ਕਰੁਣਾ ਕਰੇਗਾ। ਸਤਨਾਮ ਸਿਮਰੋ ਲਿਵ ਲਾਈ, ਔਰ ਲਿਵ ਲਾ ਕੇ ਜਪਿਆ ਕਰ ਪਰਮੇਸ਼ਰ ਦੇ ਸੱਚੇ ਨਾਮ ਨੂੰ। ਭਲੋ ਜੀ ਕੋ ਹੋਏ ਸੁਖ ਪਾਈ, ਔਰ ਤੇਰਾ ਭਲਾ ਹੋਵੇਗਾ, ਤੈਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੋਵੇਗੀ। ਦੋਹਰਾ ਕਬ ਨ ਅਗਾਰੀ ਹੋ ਕਰੋ, ਪਿਛਲੇ ਬਖਸ਼ੋ ਪਾਪ। ਸੱਜਣ ਨੇ ਬੇਨਤੀ ਕੀਤੀ ਪਾਤਸ਼ਾਹ ਹੁਣ ਅੱਗੇ ਤੋਂ ਕਦੇ ਕੋਈ ਗੁਨਾਹ ਨਾ ਕਰਾਂਗਾ, ਜੋ ਪਿਛਲੇ ਹੋ ਗਏ ਨੇ ਉਹ ਮੇਰੇ ਤੋਂ ਕਿਰਪਾ ਕਰਕੇ ਆਪ ਜੀ ਬਖਸ਼ ਲਵੋ। ਉਪਦੇਸ਼ੋ ਸਿੱਖ ਕੀਜੀਏ, ਦਿਓ ਨਾਮ ਕੋ ਜਾਪ। ਮਹਾਰਾਜ ਉਪਦੇਸ਼ ਦਿਓ ਮੈਨੂੰ, ਕਿਰਪਾ ਕਰਕੇ ਆਪਣਾ ਸਿੱਖ ਬਣਾਓ ਤੇ ਮੈਂ ਤੁਹਾਡਾ ਨਾਮ ਜਪਾਂ। ਜੋ ਪਈ ਮੋਰ ਕਰਮ ਕਰ ਇਤ ਤੁਮ ਆਏ, ਮੇਰੇ ਤੇ ਬਖਸ਼ਿਸ਼ ਕਰਨ ਲਈ ਆਪ ਜੀ ਆਏ ਹੋ। ਕਹਿ ਇਉ ਰਿਓ ਚਰਨ ਲਪਟਾਏ, ਇਦਾਂ ਕਹਿ ਕੇ ਭਾਈ ਸੱਜਣ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਲਪਟ ਗਏ। ਕਿਰਪਾ ਤਾਰ ਗੁਰ ਬਚਨੀ ਉਚਾਰਾ, ਕਿਰਪਾ ਦੇ ਘਰ ਵਿੱਚ ਆ ਕੇ ਸਤਿਗੁਰੂ ਜੀ ਬੋਲੇ, ਏਓ ਮੇਰਾ ਸੀ ਗੁਰੂ ਤੁਮਾਰਾ। ਮਹਾਰਾਜ ਜੀ ਕਹਿੰਦੇ ਆ ਸੱਜਣ ਆ ਜਿਹਨੂੰ ਤੂੰ ਮਰਾਸ਼ੀ ਕਹਿੰਦਾ ਸੀ ਸਾਡਾ ਸੇਵਕ ਭਾਈ ਸਜਾਦਾ, ਇਹਦੇ ਚਰਨਾਂ ਨੂੰ ਪ੍ਰਣਾਮ ਕਰ, ਅੱਜ ਇਹਦੇ ਕਰਕੇ ਤੇਰਾ ਪਾਰ ਉਤਾਰਾ ਹੋਣ ਲੱਗਾ। ਇਸਕੇ ਮਾਨੇ ਭਲਾ ਜਨੀਜੈ, ਇਹਨੂੰ ਮਨਨ ਕਰੀ, ਇਹਦੀ ਸੇਵਾ ਕਰੀ, ਤੇਰਾ ਭਲਾ ਹੋਵੇਗਾ। ਕਰਨੇ ਪਾਪ ਸਰਬ ਤਜ ਦੀਜੈ, ਔਰ ਅੱਜ ਤੋਂ ਬਾਅਦ ਪਾਪ ਕਰਨੇ ਤਜ ਦੇ। ਸਹਿਜਾਦੇ ਕੋ ਬੰਧਨ ਕਰੀ, ਭਾਈ ਸੱਜਣ ਨੇ ਭਾਈ ਸਜਾਦੇ ਨੂੰ ਮੱਥਾ ਟੇਕ ਕੇ ਆਖਿਆ ਮਹਾਰਾਜ ਖਿਮਾ ਕਰ ਦਿਓ, ਮਾਫ ਕਰ ਦਿਓ, ਮੈਂ ਵੱਡੀ ਭੁੱਲ ਕੀਤੀ, ਤੁਹਾਨੂੰ ਤਾੜਨਾ ਕੀਤੀ ਹੈ। ਸੱਜਣ ਭਾ ਨਿਹਾਲ ਤੈ ਕਰੀ, ਉਸੇ ਘੜੀ 'ਚ ਭਾਈ ਸੱਜਣ ਜੀ ਨਿਹਾਲ ਹੋ ਗਏ। ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣ ਕੇ ਮੁਲਤਾਨ ਦੇ ਇਲਾਕੇ ਵਿੱਚ ਬਹੁਤ ਵੱਡੇ ਪ੍ਰਚਾਰਕ ਹੋ ਕੇ ਭਾਈ ਸੱਜਣ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਕੀਤਾ ਸਾਰੀ ਜ਼ਿੰਦਗੀ। ਗੁਰ ਕੈ ਸਦਨ ਪਾਪ ਤਨ ਜੋ, ਮਹਾਰਾਜ ਜੀ ਕਹਿੰਦੇ ਸੱਜਣ ਜਿਹੜਾ ਪੈਸਾ ਇਕੱਠਾ ਕੀਤਾ ਨਾ ਘਰ 'ਚ ਤੂੰ ਪਾਪ ਕਰਕੇ, ਅਬ ਲੁਟਾਏ ਦੀਜੇ ਸਭ ਸੋ, ਉਹ ਸਾਰਾ ਲੁਟਾ ਦੇ ਵੰਡ ਦੇ ਗਰੀਬਾਂ ਵਿੱਚ। ਮਾਨਿਓ ਬਚਨ ਨਿਕਟ ਜੋ ਦਰਬਾਰ, ਜੋ ਜਿੰਨਾ ਧਨ ਸੀ ਸੱਜਣ ਕੋਲੇ ਨੇ ਸਤਿਗੁਰਾਂ ਦਾ ਬਚਨ ਮੰਨ ਕੇ ਰੰਕ ਬੁਲਾਏ ਲੁਟਾਇਓ ਸਰਬਾ, ਬੁਲਾ ਕੇ ਨਗਰ ਦੇ ਲੋਕਾਂ ਨੂੰ ਸਭ ਵੰਡ ਦਿੱਤਾ, ਲੁਟਾ ਦਿੱਤਾ। ਬਖਸ਼ਿਓ ਇਸ ਪ੍ਰਕਾਰ ਤਿਸ ਤਾਈ, ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਸੱਜਣ ਨੂੰ ਬਖਸ਼ਿਆ। ਆਗੇ ਕੀਨੋ ਗਮਨ ਗੁਸਾਈ, ਔਰ ਜਗਤ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਤੁਲੰਬੇ ਨਗਰ ਤੋਂ ਅੱਗੇ ਖੁਰਮੇਪੁਰ ਨੂੰ, ਯਾਨੀ ਕਿ ਕੁਰਮ ਦਰਿਆ ਦੇ ਕੰਢੇ ਤੇ ਕੁਰਮ ਨਗਰ ਨੂੰ ਚੱਲੇ ਨੇ, ਜਿੱਥੇ ਭਾਈ ਮਰਦਾਨਾ ਜੀ ਦੇ ਸਥਾਨ ਤੇ ਭਾਈ ਸਜਾਦੇ ਦੀ ਸਤਿਗੁਰਾਂ ਦਸਤਾਰਬੰਦੀ ਕਰਨੀ ਹੈ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ